ਅੱਜ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦਸਵੰਧ ਦੇ ਬਾਰੇ ਵਿੱਚ ਸਿੱਖਾਂਗੇ, ਗਿਵਿੰਗ ਦੇ ਬਾਰੇ ਵਿੱਚ ਸਿੱਖਾਂਗੇ, ਦੇਣ ਦੇ ਬਾਰੇ ਵਿੱਚ ਸਿੱਖਾਂਗੇ ਕਿ ਪਵਿੱਤਰ ਵਚਨ ਸਾਨੂੰ ਦਸਵੰਧ ਦੇ ਬਾਰੇ ਦੇ ਵਿੱਚ ਤੇ ਦੇਣ ਦੇ ਬਾਰੇ ਵਿੱਚ ਜਿਹੜਾ ਆ ਉਹ ਕਿੱਦਾਂ ਸਿਖਾਉਂਦਾ ਆ। ਕਿਉਂਕਿ ਉਨੀ ਦੇਰ ਤੱਕ ਅਸੀਂ ਧਨੀ ਨਹੀਂ ਹੋ ਸਕਦੇ, ਉਨੀ ਦੇਰ ਤੱਕ ਅਸੀਂ ਬਰਕਤ ਨਹੀਂ ਪਾ ਸਕਦੇ, ਉਨੀ ਦੇਰ ਤੱਕ ਸਾਡੀਆਂ ਹੱਦਾਂ ਨਹੀਂ ਵੱਧਦੀਆਂ, ਉਨੀ ਦੇਰ ਤੱਕ ਸਾਡੀਆਂ ਤਰੱਕੀਆਂ ਨਹੀਂ ਹੁੰਦੀਆਂ ਜਦੋਂ ਤੱਕ ਅਸੀਂ ਦੇਣਾ ਨਹੀਂ ਸਿੱਖ ਲੈਂਦੇ। ਹਾਲੇਲੂਇਆ। ਪਰ ਸਾਡੀ ਸਾਰਿਆਂ ਦੀ ਤਮੰਨਾ ਇਹੀ ਆ, ਚਾਹਤ ਇਹੀ ਆ, ਡਿਜ਼ਾਇਰ ਇਹ ਆ ਕਿ ਸਾਡੇ ਕੋਲ ਪੈਸਾ ਵੀ ਬਹੁਤ ਹੋਏ, ਸਾਡਾ ਕਾਰੋਬਾਰ ਵੀ ਸੋਹਣਾ ਚੱਲੇ ਤੇ ਸਾਡੀਆਂ ਜਿਹੜੀਆਂ ਲਿਮਿਟਸ ਆ ਉਹ ਵੀ ਅਨਲਿਮਿਟਡ ਹੋ ਜਾਣ। ਸੋ ਜੇ ਤੁਸੀਂ ਇਦਾਂ ਚਾਹੁੰਦੇ ਆ ਤੁਹਾਡੇ ਜੀਵਨ ਦੇ ਵਿੱਚ ਹੋਏ ਤੇ ਫਿਰ ਤੁਸੀਂ ਅੱਜ ਉਦਾਂ ਹੀ ਆਪਣੇ ਅੰਦਰ ਵਚਨ ਨੂੰ ਲਿਓ ਤੇ ਇਸ ਵਚਨ ਦੇ ਅਨੁਸਾਰ ਪੂਰਾ ਕਰਿਓ। ਅਸਮਾਨ ਤੇ ਆਪਣੀ ਜਗ੍ਹਾ ਤੋਂ ਟਲ ਸਕਦਾ ਹੈ ਤੇ ਜ਼ਮੀਨ ਵੀ ਆਪਣੀ ਜਗ੍ਹਾ ਤੋਂ ਟਲ ਸਕਦੀ ਆ, ਪਰ ਪਰਮੇਸ਼ਵਰ ਦਾ ਵਚਨ ਤੇ ਪਰਮੇਸ਼ਵਰ ਦਾ ਵਾਅਦਾ ਇਹ ਕਦੀ ਨਹੀਂ ਬਦਲਦਾ, ਕਦੀ ਨਹੀਂ ਟਲਦਾ, ਪਰ ਪੂਰਾ ਹੁੰਦਾ ਆ। ਹਾਲੇਲੂਇਆ। ਆਓ ਆਪਾਂ ਦੇਖਦੇ ਹਾਂ। ਫਸਟ ਆਫ ਆਲ, ਸਭ ਤੋਂ ਪਹਿਲਾਂ ਪਹਿਲਾ ਕੁਰਿੰਥੀਆਂ ਨਵੇਂ ਨੇਮ ਦੇ ਵਿੱਚ ਉਹਦਾ 16 ਨੰਬਰ ਅਧਿਆਇ ਤੇ ਉਹਦੀ 1 ਨੰਬਰ ਪੰਕਤੀ ਵਿੱਚ ਆਪਾਂ ਦੇਖਦੇ ਹਾਂ। ਇੱਥੇ ਲਿਖਿਆ, ਹੁਣ ਉਸ ਚੰਦੇ ਦੇ ਵਿਖੇ ਜਿਹੜਾ ਸੰਤਾਂ ਲਈ ਹੈ, ਜਿਵੇਂ ਮੈਂ ਗਲਾਤੀਆਂ ਦੀਆਂ ਕਲੀਸਿਆ ਨੂੰ ਆਗਿਆ ਦਿੱਤੀ ਸੀ ਤਿਵੇਂ ਤੁਸੀਂ ਵੀ ਕਰੋ। ਹਰ ਹਫਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੀ ਔਕਾਤ ਅਨੁਸਾਰ ਵੱਖ ਕਰਕੇ ਆਪਣੇ ਕੋਲ ਰੱਖ ਛੱਡੇ, ਭਈ ਜਦ ਮੈਂ ਆਵਾਂ ਤਦ ਉਗਰਾਹੀ ਨਾ ਕਰਨੀ ਪਵੇ। ਹਾਲੇਲੂਇਆ। ਇੱਥੇ ਪ੍ਰਭੂ ਦਾ ਦਾਸ, ਪ੍ਰਭੂ ਯਿਸੂ ਮਸੀਹ ਦਾ ਚੇਲਾ ਗੱਲ ਕਰ ਰਿਹਾ ਹੈ। ਪ੍ਰਭੂ ਯਿਸੂ ਮਸੀਹ ਜੀ ਦੇ ਉਠਾ ਲਏ ਜਾਣ ਦੇ ਬਾਅਦ ਜਦੋਂ ਪਰਮੇਸ਼ਵਰ ਦੇ ਪਿੱਛੇ ਚੱਲਣ ਵਾਲੇ ਲੋਕ, ਪ੍ਰਭੂ ਦੀ ਬਾਣੀ ਨੂੰ ਫੋਲੋ ਕਰਨ ਵਾਲੇ ਲੋਕ, ਪ੍ਰਭੂ ਦੇ ਸਿਧਾਂਤਾਂ ਦੇ ਅਨੁਸਾਰ ਚੱਲਣ ਵਾਲੇ ਲੋਕ ਸੰਗਤੀ ਕਰਦੇ ਆ, ਇਹ ਉਦੋਂ ਦੀ ਗੱਲ ਆ ਜਿਹੜੀਆਂ ਫਸਟ ਚਰਚਿਸ ਸੀਗੀਆਂ, ਉਸ ਵੇਲੇ ਦੀ ਗੱਲ ਆ। ਫਸਟ ਸੈਂਚੁਰੀ ਦੀਆਂ ਜਿਹੜੀਆਂ ਚਰਚਿਸ ਸੀਗੀਆਂ, ਇਹ ਉਦੋਂ ਦੀ ਗੱਲ ਆ। ਤਾਂ ਇੱਥੇ ਪ੍ਰਭੂ ਦਾ ਦਾਸ ਕਹਿੰਦਾ ਮੈਂ ਤੁਹਾਨੂੰ ਉਸ ਚੰਦੇ ਦੇ ਵਿਖੇ, ਉਸ ਪੈਸੇ ਦੇ ਵਿਖੇ ਗੱਲ ਕਰਦਾ ਹਾਂ, ਉਸ ਧਨ ਦੇ ਬਾਰੇ ਵਿੱਚ ਗੱਲ ਕਰਦਾ ਹਾਂ ਜਿਹੜਾ ਤੁਸੀਂ ਸੰਤਾਂ ਦੀਆਂ ਜ਼ਰੂਰਤਾਂ ਦੇ ਲਈ ਕੱਢਣਾ ਆ। ਕਹਿੰਦਾ ਇਹ ਮੈਂ ਗਲਾਤੀਆ ਦੀਆਂ ਜਿਹੜੀਆਂ ਕਲੀਸਿਆ ਆ ਉਹਨਾਂ ਨੂੰ ਵੀ ਆਗਿਆ ਦਿੱਤੀ ਸੀ ਤੇ ਹੁਣ ਇਹ ਮੈਂ ਤੁਹਾਨੂੰ ਵੀ ਕਹਿੰਦਾ, ਤੁਸੀਂ ਵੀ ਇਦਾਂ ਹੀ ਕਰਿਆ ਕਰਿਓ ਵੀ ਹਰ ਹਫਤੇ ਦੇ ਪਹਿਲੇ ਦਿਨ, ਤੇ ਹਰ ਹਫਤੇ ਦਾ ਪਹਿਲਾ ਦਿਨ ਕਿਹੜਾ ਆ? ਸੰਡੇ, ਐਤਵਾਰ। ਤੇ ਕਹਿੰਦਾ ਹਰ ਹਫਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੀ ਔਕਾਤ ਅਨੁਸਾਰ ਵੱਖ ਕਰਕੇ ਆਪਣੇ ਕੋਲ ਰੱਖ ਛੱਡੇ, ਭਈ ਜਦ ਮੈਂ ਆਵਾਂ ਤਦ ਉਗਰਾਹੀ ਨਾ ਕਰਨੀ ਪਏ। ਤੁਸੀਂ ਪਹਿਲਾਂ ਹੀ ਉਹਨੂੰ ਵੱਖ ਕਰਕੇ ਰੱਖਣਾ ਆ। ਉਹਨੇ ਕਿਹਾ ਏਦਾਂ ਨਹੀਂ, ਕਹਿੰਦਾ ਜਦੋਂ ਮੈਂ ਆਵਾਂ ਤੁਹਾਡੇ ਕੋਲ ਉਗਰਾਹੀ ਕਰਨ ਫਿਰ ਤੁਸੀਂ ਹੱਥ ਪੱਲੇ ਮਾਰਦੇ ਫਿਰੋ, ਉਹ ਇਹ ਤਾਂ ਸਾਡੇ ਫਲਾਣੇ ਥਾਂ ਇਸਤੇਮਾਲ ਹੋ ਗਿਆ, ਇਹ ਤਾਂ ਇੱਦਾਂ ਹੋ ਗਿਆ, ਇੱਥੇ ਰੱਖਿਆ ਹੋਣਾ, ਉੱਥੇ ਰੱਖਿਆ ਹੋਣਾ। ਪਰ ਪਹਿਲਾਂ ਹੀ ਕਹਿੰਦਾ ਤੁਸੀਂ ਉਹਨੂੰ ਸੈਪਰੇਟ ਕੀਤਾ ਹੋਵੇ। ਜਿੰਨਾ ਤੁਸੀਂ ਕਰ ਸਕਦੇ ਹੋ ਆਪਣੀ ਹਿੰਮਤ ਦੇ ਅਨੁਸਾਰ, ਜਿੰਨਾ ਤੁਸੀਂ ਕਰ ਸਕਦੇ ਹੋ ਉਹ ਪਹਿਲਾਂ ਹੀ ਸੈਪਰੇਟ ਕੀਤਾ ਹੋਣਾ ਚਾਹੀਦਾ ਆ। ਭਾਵ ਜੋ ਤੁਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਆਣ ਕੇ ਆਫਰਿੰਗ ਦੇਣੀ, ਕਿਉਂਕਿ ਉਦੋਂ ਇੱਦਾਂ ਦੀਆਂ ਚਰਚਿਸ ਨਹੀਂ ਸੀ, ਇੱਦਾਂ ਬਿਲਡਿੰਗ ਨਹੀਂ ਸੀ ਬੈਠਣ ਵਾਸਤੇ ਕਿ ਜਿੱਥੇ ਲੋਕੀ ਆਣ ਕੇ ਬੈਠਣ, ਕਿਉਂਕਿ ਉਦੋਂ ਦੇ ਰਾਜੇ ਜਿਹੜੇ ਆ ਉਹ ਅਲਾਓ ਨਹੀਂ ਕਰਦੇ ਸੀ। ਤਾਂ ਘਰਾਂ ਦੇ ਵਿੱਚ ਜਿਹੜੀ ਆ ਪਰਮੇਸ਼ਵਰ ਦੀ ਸਿਤਾਇਸ਼ ਹਮਦੋ ਸਨਾ ਕਰਨੀ ਪੈਂਦੀ ਸੀ। ਔਰ ਘਰਾਂ ਦੇ ਵਿੱਚ ਜਾਂ ਲੁੱਕ ਛੁਪ ਕੇ ਜਾਂ ਵੱਖਰੀਆਂ ਥਾਵਾਂ ਤੇ ਦੂਰ ਦਰਾਡੇ ਝੁੰਡ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਪਰਮੇਸ਼ਵਰ ਦੇ ਥਾਪਿਆ ਹੋਇਆਂ ਰਸੂਲਾਂ ਦੇ ਕੋਲੋਂ ਪਰਮੇਸ਼ਵਰ ਦੇ ਵਚਨ ਦੇ ਬਾਰੇ ਵਿੱਚ ਸਿੱਖਣਾ ਪੈਂਦਾ ਸੀ। ਪਰ ਹੁਣ ਤਾਂ ਆਪਾਂ ਨੂੰ ਪਰਮੇਸ਼ਵਰ ਨੇ ਸਮਾਂ ਬਖਸ਼ਿਆ, ਸਹੂਲਤ ਬਖਸ਼ੀ ਆ, ਤੇ ਹੁਣ ਸਾਨੂੰ ਚਾਹੀਦਾ ਜੋ ਆਫਰਿੰਗ ਅਸੀਂ ਚਰਚ ਦੇ ਵਿੱਚ ਲਿਆ ਕੇ ਪਾਉਣੀ ਆ ਉਹ ਪਹਿਲਾਂ ਹੀ ਆਪਾਂ ਘਰਾਂ ਤੋਂ ਹੀ ਵੱਖਰੀ ਕਰਕੇ ਰੱਖਣੀ ਆ। ਪਹਿਲਾਂ ਤੋਂ ਹੀ ਤੁਸੀਂ ਤਿਆਰ ਹੋਣੇ ਚਾਹੀਦੇ ਕਿ ਜਦੋਂ ਆਫਰਿੰਗ ਦੇ ਲਈ ਕਾਲ ਹੋਣੀ ਆ, ਜਦੋਂ ਆਫਰਿੰਗ ਦੇ ਲਈ ਬੋਲਿਆ ਜਾਣਾ, ਪ੍ਰਾਰਥਨਾ ਕੀਤੀ ਜਾਣੀ, ਝੱਟ ਦੇਣੀ ਤੁਸੀਂ ਉਸ ਆਫਰਿੰਗ ਨੂੰ ਆਪਣੇ ਹੱਥ ਵਿੱਚ ਲੈਣਾ,
उस बरकत नूं रिसीव करना ते फिर परमेश्वर दे घर दे गल्ले दे विच पा देना। हालेलुया। ये किसी इंसान दी बनाई हुई रीत नहीं है जिहड़ी तुसीं कहो कि अज बनाई गई है, कि ये कोई लेटेस्ट चीज़ नहीं है कि तुहानूं लगे कि ये जी इदां ये करदे आ, पर इदां वचन दे विच आ, और वचन दे विच ओही चीज़ां दर्ज आ ਜਿਹੜੀਆਂ परमेश्वर दे अनुसार आ, परमेश्वर जी दी इच्छा दे अनुसार आ। ਆਪਾਂ ਨੂੰ इदां ਲੱਭਦਾ जिद्दां ਇਹ न्यू टैस्टामेंट दे विच ही आ, पर तुहानूं पता ਇਹ उत्पत्ति दी किताब तो ही शुरू आ। सब तो फर्स्ट दसवंध ਜਿਹੜਾ ਆ पवित्र बाइबल दे विच अब्राहम दे वल्लों दिता गया मलकसदक नूं, लिखिया सारियां चीज़ां दा दसवंध उन्हें दिता। ਤਾਂ ਉਹ ਰੀਤ ਜੈਕਬ ਨੇ ਵੀ ਪੂਰੀ ਕੀਤੀ, ਨehemiah ਨੇ ਵੀ ਪੂਰੀ ਕੀਤੀ, ਸਗੋਂ ਪਰਮੇਸ਼ਵਰ ਦੀਆਂ ਚੁਣਿਆ ਹੋਇਆਂ ਠਹਿਰਾਇਆ ਹੋਇਆਂ ਸਾਰਿਆਂ ਦਾਸਾਂ ਨੇ ਪੂਰੀ ਕੀਤੀ, ਔਰ ਨਿਊ ਟੈਸਟਾਮੈਂਟ ਦੇ ਵਿੱਚ ਉਹ ਪੂਰੀ ਕੀਤੀ ਗਈ ਤੇ ਸਾਨੂੰ ਗਾਂ ਪੂਰੀ ਕਰਨ ਦਾ ਹੁਕਮ ਦਿੱਤਾ ਗਿਆ। ਹਾਲੇਲੂਇਆ। ਆਜੋ ਆਪਾਂ ਅੱਗੇ ਵੀ ਦੇਖ ਲੈਂਦੇ ਆ ਦੂਜਾ ਕਰੰਥੀਆਂ। ਅੱਜ ਆਪਾਂ ਸਿਰਫ ਆਪਣੇ ਭਰਮ ਹੀ ਕੱਢਣੇ ਆ, ਪਤਾ ਤੁਹਾਨੂੰ ਆਲਰੇਡੀ ਆ, पर कुछ शक आ, कुछ भरम आ। अज आप पवित्र वचन दे राही उन्हां भरमां चों बाहर निकलना आ, और इदां सिख लेना आ कि बस असी उन्हां सारियां चीज़ां नूं जो परमेश्वर की इच्छा के अनुसार आ पूरा करना आ। हालेलुया। आपां देखते हैं दूजा कुरिन्थियां ओहदा 9 नंबर अध्याय ते ओहदी 5 तो आपां पढ़ना शुरू करदे 10 तक आपां पढ़ लेना आ। इत्थे लिखिया आ, इस कारण मैं भरावां दे अगे ये बेनती करनी उचित समझी जो वो पहलां तुहाडे कोल जाण अते तुहाडे उस दान नूं जिहदा अग्गों ही तुसां बचन दिता होया है अगेता ही तैयार कर रखना, भई वो खुल दिली दे दान वर्गा तैयार रहे, ना बदोगिरी दे दान वर्गा। हालेलुया। बहुत सारे लोग इदां कहंदे कि वचन दे विच लिखिया आ तुसीं अपनी औकात दे अनुसार देना आ, ते हुण साडी ते हिम्मत इन्नी की है कि असी 10 रुपये दे दिए, असी 1 रुपया दे दिए। परमेश्वर दे घर विच तुहाडा 1 भी बहुत मायने रखदा, तुहाडे 10 भी बहुत मायने रखदे, और तुहाडे लखां ते हज़ारां भी बहुत मायने रखदे आ, पर डिपेंड करदा कि तुहाडे कोल किन्ना आ। जे तुहाडे कोले 10 आ, तुसीं ओहदे विचों 1 दित्ता, सच्ची वो बहुत मायने रखता है, पर जे तुहाडे कोले 100 आ तुसीं ओहदे विचों 1 दित्ता, फिर मेरे ख्याल इन्ना वधिया नहीं जांदा। पर जे तुहाडे कोले 1 आ ते तुसीं 1 ही पा दित्ता, तुसीं उस धनी नालों वध दान पाया जिन्हें 1 लाख रुपया अपने 10 करोड़ दे विचों कढ के दित्ता। हालेलुया। डिपेंड करदा तुहाडे कोल किन्ना आ। जो तुहाडे कोल आ ਉਹਦੇ ਵਿੱਚੋਂ ਤੁਸੀਂ ਬੈਸਟ ਕੀ ਦੇ ਸਕਦੇ ਆ, ਉਹਦੇ ਅਨੁਸਾਰ ਤੁਹਾਡੇ ਦਾਨ ਦਾ ਜਿਹੜਾ ਆ ਉਹ ਲੇਖਾ ਹੁੰਦਾ ਆ। ਪਰ ਜਿੱਥੇ ਲਿਖਿਆ ਔਕਾਤ ਦੇ ਅਨੁਸਾਰ, ਉੱਥੇ ਉਸੇ ਹੀ ਪਰਮੇਸ਼ਵਰ ਦੇ ਦਾਸ ਨੇ ਫਿਰ ਕੀ ਕਿਹਾ ਆ, ਇੱਕ ਤਾਂ ਉਹਨੇ ਫਿਰ ਤੋਂ ਉਹੀ ਤਕੀਦ ਕੀਤੀ ਵੀ ਤੁਸੀਂ ਪਹਿਲਾਂ ਹੀ ਰੈਡੀ ਰਹੋ, ਪਹਿਲਾਂ ਹੀ ਵੱਖਰਾ ਕਰਕੇ ਰੱਖਿਓ ਕਿ ਸਾਨੂੰ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਵੇ। ਫਿਰ ਉਹਨੇ ਕਿਹਾ ਖੁੱਲ੍ਹ ਦਿਲੀ ਦੇ ਦਾਨ ਵਰਗਾ ਹੋਵੇ, खुले दिल दे नाल होवे ओ दान। बहुत सारे लोग आ वो इदां कहंदे जिहड़ा दसवंध आ वो ओल्ड टैस्टामेंट दी रीत आ। चलो आपां फर्ज रख लो, आपां इदां भी मान लिया कि ओल्ड टैस्टामेंट दी रीत आ, पर तुहानूं पता न्यू टैस्टामेंट दी रीत की आ? न्यू टैस्टामेंट दी रीत दसवंध नहीं आ, दसवंध तो किते ही वध आ। हालेलुया। जदों न्यू टैस्टामेंट दे विच आपां आउंदे आ, वो कहंदा तुसीं जिन्ना वध तो वध दे सकदे उन्ना ही दे दो। उन्हें तुहानूं दसवंध नालों वध देण दे लई कहा न्यू टैस्टामेंट दे विच। जिहड़े दसवंध तो बचना चाहुंदे उन्हां नूं लगदा कि लै 10 चों रुपया कड्ढना पैना, 100 चों 10 कड्ढने पैणे, ये तां बहुत आ। न्यू टैस्टामेंट विच ते दसवंध दे बारे विच नहीं दस्सिया गया, पर न्यू टैस्टामेंट विच दस्सिया गया है। दसवंध दे बारे च आपां अज पढ़ लेना है। पर न्यू टैस्टामेंट दे विच जिथे गिविंग दे बारे च दस्सिया गया आ,
ਦੇਣ ਦੇ ਬਾਰੇ ਵਿੱਚ ਦੱਸਿਆ ਗਿਆ, ਉੱਥੇ ਕਹਿੰਦਾ ਖੁੱਲ੍ਹ ਦਿਲੀ ਨਾਲ ਦੇ ਦਿਓ। ਜੇ ਤੁਸੀਂ 10 ਚੋਂ 1 ਕੱਢਦੇ ਆ, ਕੋਈ ਇੰਨੀ ਖੁੱਲ੍ਹ ਦਿਲੀ ਨਹੀਂ ਦਿਖਦੀ, ਪਰ 10 ਦੇ ਵਿੱਚੋਂ ਜੇ ਆਪਾਂ 5 ਕੱਢ ਦਈਏ ਫਿਰ ਜਾਂ ਸਾਵਾਂ ਵੀ ਅੱਧੋ ਅੱਧ ਹੋ ਗਿਆ। ਪਰ ਜੇ 10 ਚੋਂ 8 ਕੱਢ ਦਈਏ ਤੇ ਖੁੱਲ੍ਹ ਦਿਲੀ ਦਿਖਦੀ ਕਿ ਨਹੀਂ ਦਿਖਦੀ? ਤਾਂ ਨਿਊ ਟੈਸਟਾਮੈਂਟ ਵਿੱਚ ਸਾਨੂੰ ਕਿਹਾ ਗਿਆ ਖੁੱਲ੍ਹ ਦਿਲੀ ਦੇ ਨਾਲ ਦੇ ਦਿਓ। ਹਾਲੇਲੂਇਆ। ਸੋ ਇੱਥੇ ਕਹਿੰਦਾ ਬੱਦੋਗਿਰੀ ਨਾਲ ਵੀ ਨਾ ਹੋਵੇ, ਮਾੜੀ ਨੀਤ ਕਰਕੇ ਨਹੀਂ ਦੇਣਾ, ਫਿਰ ਉਹਦੇ ਬਦਲੇ ਵਿੱਚ ਤੁਹਾਨੂੰ ਕੋਈ ਰਿਵਾਰਡ ਨਹੀਂ ਮਿਲਣਾ, ਕਿਉਂਕਿ ਪਰਮੇਸ਼ਵਰ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਵਰ ਆ। ਹਾਲੇਲੂਇਆ। ਜੇ ਤੁਸੀਂ ਖੁੱਲ੍ਹ ਦਿਲੀ ਨਾਲ ਵੀ ਦੇ ਰਹੇ ਆ, ਇਸ ਲਈ ਨਹੀਂ ਲੈ ਨਿਊ ਟੈਸਟਾਮੈਂਟ ਦੇ ਵਿੱਚ ਤਾਂ ਲਿਖਿਆ ਖੁੱਲ੍ਹੇ ਦਿਲ ਨਾਲ, ਲੈ ਰੱਬਾ ਆ ਚੱਕ ਮੇਰੇ 8 ਰੁਪਈਏ, ਤੂੰ ਖੁਸ਼ ਹੋ ਜਾ, ਮੇਰੀ ਕਿਹੜੀ ਗੱਲ ਆ, ਤੂੰ ਖੁੱਲ੍ਹ ਦਿਲੀ ਨਾਲ ਲੈ ਲਾ, ਤੂੰ ਵੀ ਕੀ ਜਾਣੇਗਾ ਮੈਂ ਤੈਨੂੰ ਖੁੱਲ੍ਹ ਦਿਲੀ ਨਾਲ ਦਿੱਤਾ। ਤਾਂ ਇਦਾਂ ਦਾ ਨਹੀਂ ਚਾਹੀਦਾ। ਖੁੱਲ੍ਹ ਦਿਲੀ ਦੇ ਨਾਲ ਤੇ ਖੁਸ਼ੀ ਦੇ ਨਾਲ, ਹੇ ਪਰਮੇਸ਼ਵਰ ਤੁਸੀਂ ਮੈਨੂੰ ਇੰਨੀ ਹਿੰਮਤ ਦਿੱਤੀ, ਇੰਨਾ ਬਲ ਦਿੱਤਾ, ਇੰਨੀ ਸੂਝ-ਬੂਝ ਦਿੱਤੀ ਕਿ ਮੈਂ ਕਮਾਈ ਕਰ ਸਕਾਂ। ਤਾਂ ਪ੍ਰਭੂ ਇਹ ਸਭ ਕੁਝ ਤੁਹਾਡਾ ਹੀ ਤੇ ਦਿੱਤਾ ਆ, ਤੇ ਜੇ ਮੈਂ ਤੁਹਾਡੇ ਦਿੱਤੇ ਦੇ ਵਿੱਚੋਂ ਤੁਹਾਡੇ ਹੀ ਘਰ ਦੇ ਵਿੱਚ ਤੁਹਾਡੇ ਕੰਮਾਂ ਲਈ ਯੋਗਦਾਨ ਪਾ ਦੇਵਾਂ ਤੇ ਮੈਂ ਕੋਈ ਅਹਿਸਾਨ ਨਹੀਂ ਕਰਦਾ। ਇਹ ਹੁੰਦਾ ਖੁੱਲ੍ਹ ਦਿਲੀ ਨਾਲ ਦੇਣਾ ਤੇ ਖੁਸ਼ ਦਿਲੀ ਦੇ ਨਾਲ ਦੇਣਾ। ਹਾਲੇਲੂਇਆ। ਕਈ ਵਾਰੀ ਆਪਾਂ ਕਹਿੰਦੇ ਲੈ ਚੱਕ ਤੈਨੂੰ ਠੰਡ ਪੈ ਜਾਵੇ, ਮਤਲਬ ਮੈਂ ਮੱਚ ਗਿਆ ਤੈਨੂੰ ਠੰਡ ਪੈ ਜਾਵੇ, ਤਾਂ ਉਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੁੰਦੀ। ਪਰਮੇਸ਼ਵਰ ਨੂੰ ਦੇਣਾ ਆ, ਤੁਹਾਨੂੰ ਠੰਡ ਪੈਣੀ ਚਾਹੀਦੀ ਆ ਦੇਣ ਦੇ ਬਾਅਦ ਵਿੱਚ। ਦੇਵੋ ਜਦੋਂ ਤੁਸੀਂ ਤੇ ਤੁਹਾਡੇ ਅੰਦਰ ਕੁਝ ਹੋਏ, ਤੁਹਾਨੂੰ ਆਨੰਦ ਆਏ ਕਿ ਹਾਂ ਅੱਜ ਮੈਂ ਪਰਮੇਸ਼ਵਰ ਦੇ ਘਰ ਵਿੱਚ ਦਿੱਤਾ। ਇਹ ਮੇਰੇ ਇਸ ਧਨ ਦੇ ਨਾਲ ਜੇ ਮੈਂ ਮੂੰਹ ਦੇ ਨਾਲ ਨਹੀਂ ਵਚਨ ਸੁਣਾ ਸਕਿਆ, ਤਾਂ ਜਿਹੜੇ ਲੀਫਲੈਟਸ ਛਪਣੇ ਆ ਜਿਨ੍ਹਾਂ ਦੇ ਹੱਥਾਂ ਵਿੱਚ ਜਾਣਗੇ, ਕੋਈ ਨਹੀਂ ਮੇਰੇ ਵੱਲੋਂ ਵੀ ਹਿੱਸਾ ਪੈ ਗਿਆ। ਜਿਹੜਾ ਇੱਥੇ ਵਿਧਵਾ ਨੂੰ ਰਾਸ਼ਨ ਦਿੱਤਾ ਜਾਂਦਾ ਆ, ਕੁਛ ਯੋਗਦਾਨ ਮੇਰੇ ਵੱਲੋਂ ਵੀ ਪੈ ਜਾਊਗਾ। ਤਾਂ ਇੱਦਾਂ ਸੋਚ ਕੇ ਜਦੋਂ ਤੁਸੀਂ ਦਿੰਦੇ ਆ, ਤੁਸੀਂ ਆਨੰਦ ਨਾਲ ਭਰੋ। ਉਹ ਆ ਖੁਸ਼ੀ ਦੇ ਨਾਲ ਦੇਣਾ। ਹਾਲੇਲੂਇਆ। ਫਿਰ ਅੱਗੇ ਉਹ ਕਹਿੰਦਾ ਪਰ ਗੱਲ ਇਹ ਆ ਭਈ ਜਿਹੜਾ ਘੱਟ ਬੀਜਦਾ ਉਹ ਘੱਟ ਵੱਢੇਗਾ, ਅਤੇ ਜਿਹੜਾ ਖੁੱਲ੍ਹੇ ਦਿਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਵੱਢੇਗਾ। ਹਾਲੇਲੂਇਆ। ਜਿਹੜਾ ਘੱਟ ਬੀਜਦਾ ਉਹ ਕੀ ਕਰੂਗਾ? ਘੱਟ ਵੱਢ ਲੂਗਾ। ਕਰਕੇ ਫਿਰ ਜੇ ਬੀ ਘੱਟ ਪਾਇਆ ਤੇ ਉੱਗ ਜ਼ਿਆਦਾ ਥੋੜੀ ਪੈਣਾ ਆ। ਇੱਦਾਂ ਥੋੜੀ ਵੀ ਤੁਸੀਂ ਇੱਕ ਗਮਲੇ ਵਿੱਚ ਬੀਜਿਆ ਤੇ ਦੂਜੇ ਵਿੱਚ ਤੁਸੀਂ ਕਹੋ ਲੈ ਆਪੇ ਹੀ ਉੱਗ ਪਿਆ। ਆਪੇ ਕੀ ਉੱਗਦਾ ਹੁੰਦਾ? ਘਾਹ ਫੂਸ ਤੇ ਜੰਗਲੀ ਬੂਟੀਆਂ। ਜਿਹੜੇ ਚੰਗੀ ਕਿਸਮ ਦੇ ਬੂਟੇ ਆ ਨਾ, ਉਹ ਹੱਥੀਂ ਲਿਆ ਕੇ ਲਾਉਣੇ ਪੈਂਦੇ ਆ, ਉਹ ਖਰੀਦਣੇ ਪੈਂਦੇ ਆ, ਉਹ ਲਾਉਣੇ ਪੈਂਦੇ ਆ, ਤੇ ਫਿਰ ਉਹਨਾਂ ਦੀ ਸਾਂਭ ਸੰਭਾਲ ਕਰਨੀ ਪੈਂਦੀ ਆ। ਕਈ ਵਾਰੀ ਆਪੇ ਫਲਦਾਰ ਬੂਟੇ ਉੱਗ ਪੈਂਦੇ ਆ, ਉਹਨਾਂ ਨੂੰ ਫਲ ਹੀ ਨਹੀਂ ਲੱਗਦਾ, ਜੇ ਲੱਗਦਾ ਤੇ ਬਹੁਤ ਛੋਟਾ ਛੋਟਾ ਲੱਗਦਾ। ਇਦਾਂ ਹੁੰਦਾ ਕਿ ਨਹੀਂ ਹੁੰਦਾ? ਕਿੰਨੇ ਜਣਿਆਂ ਨੂੰ ਪਤਾ ਇਦਾਂ ਹੁੰਦਾ? ਜਿਹੜੇ ਆਪੇ ਉੱਗਦੇ ਉਹ ਬਾਲੇ ਫਲਦਾਰ ਨਹੀਂ ਹੁੰਦੇ। ਕਿੰਨੇ ਸਿਆਣੇ ਆ ਸਾਰੇ। ਪ੍ਰਭੂ ਦੀ ਵਡਿਆਈ ਹੋਵੇ। ਪ੍ਰਭੂ ਨੇ ਖੋਜੇਵਾਲ ਚਰਚ ਨੂੰ ਬੁੱਧਵਾਨਾਂ ਦੀ ਕਲੀਸਿਆ ਦਿੱਤੀ ਹੈ। ਹਾਲੇਲੂਇਆ। ਸੋ ਪ੍ਰਭੂ ਦੀ ਮਹਿਮਾ ਹੋਏ, ਔਰ ਪ੍ਰਭੂ ਦਿਨੋਂ ਦਿਨ ਤੁਹਾਡੀ ਬੁੱਧ ਨੂੰ ਵਧਾਏ। ਜਿਹੜਾ ਘੱਟ ਬੀਜਦਾ ਆ ਉਹ ਘੱਟ ਵੱਢੂਗਾ, ਕਿਉਂਕਿ ਘੱਟ ਉੱਗੂਗਾ, ਤੇ ਜਿਹੜਾ ਖੁੱਲ੍ਹੇ ਦਿਲ ਬੀਜਦਾ ਆ ਉਹ ਖੁੱਲ੍ਹੇ ਦਿਲ ਵੱਢੇਗਾ। ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਤਿਵੇਂ ਕਰੇ, ਰੰਜ ਅਥਵਾ ਲਾਚਾਰੀ ਨਾਲ ਨਹੀਂ, ਕਿਉਂ ਜੋ ਪਰਮੇਸ਼ਵਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ। ਅਤੇ ਪਰਮੇਸ਼ਵਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਹੈ, ਭਈ ਹਰ ਪ੍ਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ, ਕਿ ਹਰ ਸ਼ੁਭ ਕਰਮ ਲਈ ਤੁਹਾਡੇ ਕੋਲ ਵਾਫਰ ਪੀ ਹੋਵੇ। ਹਾਲੇਲੂਇਆ। ਜਿਵੇਂ ਲਿਖਿਆ ਹੋਇਆ ਹੈ, ਉਹਨੇ ਖੰਡਾਇਆ ਕੰਗਾਲਾਂ ਨੂੰ ਦਿੱਤਾ, ਉਹਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ, ਅਤੇ ਜਿਹੜਾ ਬੀਜਣ ਵਾਲੇ ਨੂੰ ਬੀ ਅਰ ਖਾਣ ਲਈ ਰੋਟੀ ਦਿੰਦਾ ਹੈ, ਉਹ ਤੁਹਾਨੂੰ ਬੀਜਣ ਲਈ ਬੀ ਦੇਵੇਗਾ ਅਤੇ ਉਹਦਾ ਵਾਧਾ ਕਰੇਗਾ ਅਤੇ ਤੁਹਾਡੇ ਧਰਮ ਦੇ ਫਲ ਨੂੰ ਵਧਾਵੇਗਾ। ਹਾਲੇਲੂਇਆ। ਹੁਣ
ਇੱਥੇ ਆਪਾਂ ਇੱਕ ਵੰਡਰਫੁਲ ਚੀਜ਼ ਦੇਖਦੇ ਹਾਂ। ਇੱਕ ਤਾਂ ਆਪਾਂ ਪਹਿਲਾਂ ਸਿੱਖਿਆ ਕਿ ਆਪਾਂ ਨਾਰਾਜ਼ਗੀ ਨਾਲ ਨਹੀਂ ਦੇਣਾ, ਲਾਚਾਰ ਹੋ ਕੇ ਨਹੀਂ ਦੇਣਾ, ਪਰ ਜਿੱਦਾਂ ਮਨ ਵਿੱਚ ਧਾਰਿਆ ਆ ਖੁਸ਼ੀ ਨਾਲ ਦੇਣਾ, ਕਿਉਂਕਿ ਪਰਮੇਸ਼ਵਰ ਨੂੰ ਖੁਸ਼ੀ ਵਾਲੀ ਭੇਟਾ ਪਸੰਦ ਆ। ਔਰ ਖੁਸ਼ੀ ਨਾਲ ਦੇਣ ਵਾਲਿਆਂ ਨੂੰ ਪਰਮੇਸ਼ਵਰ ਜੀ ਪ੍ਰੇਮ ਕਰਦੇ ਆ। ਅਤੇ ਕਹਿੰਦਾ ਪਰਮੇਸ਼ਵਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤ ਕਰ ਸਕਦਾ ਆ, ਹਰ ਪ੍ਰਕਾਰ ਨਾਲ ਸਦਾ ਹੀ ਤੁਹਾਡੇ ਕੋਲ ਚੰਗੇ ਕੰਮਾਂ ਦੇ ਲਈ ਹੋਵੇ ਤੇ ਸਗੋਂ ਬਹੁਤ ਹੋਵੇ। ਹਾਲੇਲੂਇਆ। ਜਦੋਂ ਆਪਾਂ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਪਰਮੇਸ਼ਵਰ ਜੀ ਦੇ ਕੰਮਾਂ ਦੇ ਲਈ ਦਿੰਦੇ ਆ, ਔਰ ਖੁੱਲ੍ਹ ਦਿਲੀ ਦੇ ਨਾਲ ਦਿੰਨੇ ਤੇ ਖੁਸ਼ੀ ਦੇ ਨਾਲ ਦਿੰਨੇ ਆ, ਤਾਂ ਫਿਰ ਵਚਨ ਦੇ ਵਿੱਚ ਲਿਖਿਆ ਆ ਪਰਮੇਸ਼ਵਰ ਸਾਡੇ ਉੱਤੇ ਇੱਦਾਂ ਕਿਰਪਾ ਕਰਦੇ ਆ ਵੀ ਸਾਡੇ ਕੋਲ ਸਾਰੇ ਹੀ ਚੰਗੇ ਕੰਮ ਕਰਨ ਦੇ ਲਈ ਧਨ ਆਲਵੇਜ਼ ਅਵੇਲੇਬਲ ਹੋਊਗਾ, ਸਗੋਂ ਐਕਸਟਰਾ ਹੋਊਗਾ। ਹਾਲੇਲੂਇਆ। ਅੱਜ ਆਪਾਂ ਬ੍ਰਦਰ ਅਨਿਲ ਚਾਵਲਾ ਦੀ ਗਵਾਹੀ ਸੁਣੀ ਸੀਗੀ। ਕਿੰਨਿਆਂ ਨੂੰ ਯਾਦ ਆ ਉਹ ਕਾਹਦੀ ਸੀਗੀ? ਕਾਹਦੀ ਸੀਗੀ? ਉੱਚੀ ਬੋਲਿਓ। ਹਾਂਜੀ, ਮਕਾਨ ਦੀ ਸੀਗੀ। ਕਿ ਉਹਨਾਂ ਨੇ ਪਰਮੇਸ਼ਵਰ ਦੇ ਅੱਗੇ ਵਿਸ਼ਾ ਰੱਖਿਆ, ਔਰ ਉਹਨਾਂ ਨੇ, ਤੁਹਾਨੂੰ ਪਤਾ, ਉਹਨਾਂ ਨੇ ਬਹੁਤ ਵਾਰੀ ਕੰਟਰੀਬਿਊਟ ਕੀਤਾ ਆ ਚਰਚ ਦੇ ਵਿੱਚ। ਪਰ ਜਿੱਦਾਂ ਵਚਨ 'ਚ ਲਿਖਿਆ, ਜੇ ਤੂੰ ਸੱਜੇ ਨਾਲ ਦੇਵੇਂ ਤਾਂ ਖੱਬੇ ਨੂੰ ਪਤਾ ਨਾ ਲੱਗੇ, ਇਸ ਲਈ ਉਹਨਾਂ ਨੇ ਆਪਣੀ ਟੈਸਟੀਮਨੀ ਵਿੱਚ ਆਪਣੀ ਕੰਟਰੀਬਿਊਸ਼ਨ ਦਾ ਜ਼ਿਕਰ ਨਹੀਂ ਕੀਤਾ ਕਿ ਉਹ ਕਿੰਨਾ ਕੰਟਰੀਬਿਊਟ ਕਰਦੇ ਆ ਚਰਚ ਨੂੰ। ਸੱਚੀ ਉਹ ਪਰਮੇਸ਼ਵਰ ਦੇ ਹਰ ਕੰਮ ਦੇ ਲਈ ਆਲਵੇਜ਼ ਰੈਡੀ ਰਹਿੰਦੇ ਆ। ਪ੍ਰਭੂ ਉਹਨਾਂ ਨੂੰ ਬਹੁਤ ਬਰਕਤ ਦੇਵੇ, ਸਗੋਂ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਰਕਤ ਦੇਵੇ। ਪਰ ਆਪਾਂ ਟੈਸਟੀਮਨੀ ਸੁਣੀ ਕਿ ਉਹਨਾਂ ਨੇ ਪਲਾਟ ਜਿਹੜਾ ਸੀਗਾ ਉਹਦੀ ਰਜਿਸਟਰੀ ਦੀ ਪ੍ਰੋਬਲਮ ਸੀਗੀ। ਪ੍ਰਭੂ ਨੇ ਉਹਨਾਂ ਨੂੰ ਪਲਾਟ ਦਿੱਤਾ, ਬਿਲਡ ਕਰਨ ਦੇ ਲਈ ਪੈਸਾ ਦਿੱਤਾ, ਔਰ ਬਿਲਡ ਕਰਨ ਦੇ ਬਾਅਦ ਦੇ ਵਿੱਚ ਉਹਨਾਂ ਕੋਲ ਪੈਸਾ ਪਿੱਛੇ ਵੀ ਬਰਕਤ ਦੇ ਰੂਪ ਦੇ ਵਿੱਚ ਬਚ ਗਿਆ। ਹਾਲੇਲੂਇਆ। ਵਚਨ ਦੇ ਨਾਲ ਮੇਲ ਖਾਂਦੀ ਆ ਗਵਾਹੀ ਕਿ ਨਹੀਂ ਖਾਂਦੀ? ਕਿਉਂਕਿ ਪਰਮੇਸ਼ਵਰ ਆਪਣੇ ਵਚਨ ਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ ਆ। ਹਾਲੇਲੂਇਆ। ਤਾਂ ਇੱਥੇ ਲਿਖਿਆ ਆ, ਕਹਿੰਦਾ ਹਰ ਪ੍ਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ, ਔਰ ਹਰ ਸ਼ੁਭ ਕੰਮ ਕਰਨ ਲਈ ਤੁਹਾਡੇ ਕੋਲ ਵਾਫਰ ਵੀ ਹੋਵੇ, ਐਕਸਟਰਾ ਵੀ ਹੋਵੇ ਤੁਹਾਡੇ ਕੋਲ। ਜਿੱਦਾਂ ਕਹਿੰਦਾ ਲਿਖਿਆ ਆ ਵੀ ਉਹਨੇ ਖੰਡਾਇਆ ਤੇ ਕੰਗਾਲਾਂ ਨੂੰ ਦਿੱਤਾ, ਜਿਨ੍ਹਾਂ ਕੋਲ ਨਹੀਂ ਸੀ ਉਹਨਾਂ ਨੂੰ ਵੀ ਪਰਮੇਸ਼ਵਰ ਨੇ ਦਿੱਤਾ ਆ। ਸਗੋਂ ਉਹਨਾਂ ਨੇ ਵੀ ਦਿੱਤਾ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਦਿੱਤਾ ਉਹਨਾਂ ਨੇ ਵੀ ਜ਼ਰੂਰਤਮੰਦਾਂ ਨੂੰ ਦਿੱਤਾ। ਹਾਲੇਲੂਇਆ। ਜਿਹੜਾ ਜ਼ਰੂਰਤਮੰਦ ਨੂੰ ਦਿੰਦਾ ਆ ਔਰ ਜਿਹੜਾ ਵੰਡਦਾ ਆ, ਉਹਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਆ। ਤੇ ਜਿਹੜਾ ਬੀਜਣ ਵਾਲੇ ਨੂੰ ਬੀਜ ਔਰ ਖਾਣ ਵਾਲੇ ਨੂੰ ਰੋਟੀ ਦਿੰਦਾ ਆ, ਕਹਿੰਦਾ ਉਹ ਤੁਹਾਨੂੰ ਵੀ ਬੀਜਣ ਦੇ ਲਈ ਬੀਜ ਦੇਵੇਗਾ। ਹਾਲੇਲੂਇਆ। ਲੂਕਾ 6:38 ਜਿਹੜੀ ਘਰੇ ਪੜਿਓ, ਉੱਥੇ ਲਿਖਿਆ ਆ ਵੀ ਦਿਓ ਤੇ ਤੁਹਾਨੂੰ ਦਿੱਤਾ ਜਾਊਗਾ, ਤੇ ਜਿਹੜੇ ਨਾਪ ਦੇ ਨਾਲ ਮਿਣ ਕੇ ਤੁਸੀਂ ਦਓਗੇ ਉਦਾਂ ਹੀ ਤੁਹਾਡੇ ਲਈ ਮਿਣਿਆ ਜਾਊਗਾ। ਜੇ ਥੋੜਾ ਤੇ ਥੋੜਾ, ਜੇ ਤੁਸੀਂ ਬਹੁਤਾ ਪਾਓਗੇ ਤੇ ਤੁਹਾਨੂੰ ਵੀ ਡੋਲਦਾ ਡੋਲਦਾ ਉਛਲਦਾ ਹੋਇਆ ਹੀ ਮਿਲੂਗਾ। ਆਪਾਂ ਪੜ੍ਹ ਲੈਂਦੇ ਕਹਾਵਤਾਂ ਦੀ ਕਿਤਾਬ, ਉਹਦਾ 28 ਨੰਬਰ ਅਧਿਆਏ, ਉਹਦੀ 22 ਨੰਬਰ ਪੰਕਤੀ ਆਪਾਂ ਪੜ੍ਹ ਲੈਂਦੇ ਆ। ਕਹਿੰਦਾ ਲੋਭੀ ਮਨੁੱਖ ਕਾਹਲੀ ਨਾਲ ਧਨ ਦਾ ਪਿੱਛਾ ਕਰਦਾ ਹੈ ਅਤੇ ਨਹੀਂ ਜਾਣਦਾ ਭਈ ਗਰੀਬੀ ਉਹਦੇ ਉੱਤੇ ਆ ਪਵੇਗੀ। ਕਈ ਵਾਰੀ ਅਸੀਂ ਲੋਭੀ ਹੋ ਜਾਂਦੇ ਆ। ਦੇਖੋ, ਅੱਜ ਮੈਂ ਤੁਹਾਨੂੰ ਇਹ ਨਹੀਂ ਕਹਿ ਰਹੀ ਕਿ ਤੁਸੀਂ ਜੋ ਅਸੀਂ ਕਹਿੰਦੇ ਉਹ ਕਰੋ, ਪਰ ਅੱਜ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੇ ਰਾਹੀਂ ਸਿਰਫ ਇਹ ਦੱਸਿਆ ਜਾ ਰਿਹਾ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਬਰਕਤ ਲੈਣ ਦੇ ਬਾਰੇ ਵਿੱਚ ਕਿੱਦਾਂ ਸਿਖਾਉਂਦਾ ਹੈ। ਕਿੰਨਿਆਂ ਦੀ ਇੱਛਾ ਹੈ ਵੀ ਅਸੀਂ ਤਾਂ ਨਹੀਂ ਹੋ ਜਾਈਏ? ਇਹ ਤਾਂ ਸਾਰਿਆਂ ਦੀ ਇੱਛਾ ਆ, ਸਮੇਤ ਮੇਰੇ ਵੀ। ਹਾਲੇਲੂਇਆ। ਪ੍ਰਭੂ ਦੀ ਵਡਿਆਈ ਹੋਵੇ। ਕਿੰਨੇ ਜਣੇ ਚਾਹੁੰਦੇ ਉਹਨਾਂ ਨੂੰ ਬਰਕਤ ਟਾਈਮ ਤੋਂ ਪਹਿਲਾਂ ਮਿਲੇ? ਸੱਚ ਸੱਚ ਬੋਲ ਦਿਓ। ਬਸ ਇੰਨੇ ਕੁ ਜਾਣੇ ਹੀ ਚਾਹੁੰਦੇ ਆ। ਪ੍ਰਭੂ ਜਿੰਨਿਆਂ ਨੇ ਹੱਥ ਖੜੇ ਕੀਤੇ, ਇਹਨਾਂ ਨੂੰ ਪਹਿਲਾਂ ਮਿਲ ਜੇ ਪ੍ਰਭੂ ਯਿਸੂ ਦੇ ਨਾਮ 'ਚ। ਹੁਣ ਹੌਲੀ ਹੌਲੀ ਸਾਰਿਆਂ ਨੇ ਕਰ ਦੇਣੇ ਆ। ਦੇਖੋ, ਅਗਰ ਟਾਈਮ ਤੋਂ ਪਹਿਲਾਂ ਬਰਕਤ ਲੈਣੀ ਆ ਤੇ ਟਾਈਮ ਤੋਂ ਪਹਿਲਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬਹਿਣਾ ਸਿੱਖੋ। ਹਾਲੇਲੂਇਆ। ਜੇ ਤੁਸੀਂ ਚਾਹੁੰਦੇ ਆ ਕਿ ਤੁਹਾਨੂੰ ਜ਼ਰੂਰਤ ਆ 10 ਵਜੇ, ਤੁਹਾਨੂੰ ਜ਼ਰੂਰਤ ਆ 10 ਤਰੀਕ ਨੂੰ ਤੁਹਾਡੀ ਰਜਿਸਟਰੀ ਹੋਣੀ ਆ, ਤੇ ਤੁਹਾਨੂੰ ਜ਼ਰੂਰਤ ਆ ਕਿ 10 ਤਰੀਕ ਨੂੰ ਮੇਰੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਹੋਏ ਔਰ ਮੇਰੇ ਸਾਰੇ ਕੰਮ ਪੂਰੇ ਹੋ ਜਾਣ 10 ਤਰੀਕ ਨੂੰ,
10 ਵਜੇ ਤੱਕ ਮੇਰੇ ਪੈਸੇ ਦਾ ਇੰਤਜ਼ਾਮ ਹੋ ਜਾਏ, 10 ਵਜੇ ਤੱਕ ਮੇਰੇ ਨਾਲ ਖਲੋਣ ਵਾਲੇ ਬੰਦਿਆਂ ਦਾ ਇੰਤਜ਼ਾਮ ਹੋ ਜਾਵੇ। ਮਤਲਬ ਤੁਸੀਂ ਟਾਈਮ ਤੇ ਚਾਹੁੰਦੇ ਆ ਕਿ ਸਾਰਾ ਕੁਝ ਹੋ ਜਾਵੇ, ਸਗੋਂ 9 ਵਜੇ ਸਾਰਾ ਕੁਝ ਪੂਰਾ ਹੋਵੇ ਤੇ 10 ਵਜੇ ਕੰਮ ਜਿਹੜਾ ਆ ਫਿਨਿਸ਼ ਹੋ ਜਾਵੇ। ਤੇ ਤੁਸੀਂ ਵੀ ਜੇ ਚਰਚ ਦੇ ਵਿੱਚ ਅਨਾਉਂਸ ਕੀਤਾ ਜਾਂਦਾ ਨਾ 10 ਵਜੇ ਪਹੁੰਚੋ, ਤੁਸੀਂ ਵੀ 9 ਵਜੇ ਆ ਕੇ ਬਹਿਣਾ ਸ਼ੁਰੂ ਕਰੋ, ਤੁਹਾਡੇ ਕੰਮ ਵੀ 9 ਵਜੇ 9 ਤਰੀਕ ਨੂੰ ਹੋਣੇ ਸ਼ੁਰੂ ਹੋ ਜਾਣਗੇ। ਜਿੰਨੇ ਪੰਚੁਏਟ ਤੁਸੀਂ ਹੋਵੋਗੇ ਨਾ, ਉਦਾਂ ਹੀ ਤੁਹਾਡੇ ਨਾਲ ਪ੍ਰਭੂ ਦੀ ਹਜ਼ੂਰੀ ਦੇ ਵਿੱਚੋਂ ਹੋਣਾ ਸ਼ੁਰੂ ਹੋ ਜਾਣਾ ਹੈ। ਹਾਲੇਲੂਇਆ। ਅਸੀਂ ਲੇਟ ਹੁੰਦੇ ਆ, ਖਾ ਪੀ ਕੇ ਮੌਜਾਂ ਕਰਕੇ 8 ਵਜੇ ਉੱਠ ਕੇ ਫੇ ਮੂੰਹ ਧੋ ਕੇ ਫੇ ਚੱਲ ਹੀ ਪੈਂਦੇ ਚਰਚ ਨੂੰ। ਹਾਲੇ ਸ਼ਿਫਾ ਦੀ ਪ੍ਰਾਰਥਨਾ ਹੋਣ ਵਾਲੀ ਹੋਣੀ ਆ, ਆਪਾਂ ਬਚਨ ਸੁਣ ਕੇ ਕੀ ਕਰਨਾ, ਬਾਈਬਲ ਵਚਨ ਨਾਲ ਹੀ ਭਰੀ ਘਰੇ ਪੜ੍ਹ ਲਾਂਗੇ। ਆਪਾਂ ਸ਼ਿਫਾ ਦੀ ਪ੍ਰਾਰਥਨਾ 'ਚ ਜਾ ਕੇ ਖੜੇ ਹੋ ਜਾਊਂਗੇ। ਪਾਦਰੀ ਸਾਹਿਬ ਨੂੰ ਕਿਹੜਾ ਪਤਾ ਲੱਗਣਾ, ਆਪਾਂ ਹੀ ਉਹਨਾਂ ਨੂੰ ਸਕਰੀਨ 'ਚ ਦੇਖਦੇ, ਉਹ ਥੋੜੀ ਆਪਾਂ ਨੂੰ ਦੇਖਦੇ ਆ। ਉਹ ਜਿਹੜਾ ਏਡੇ ਏਡੇ ਕੈਮਰੇ ਲਾ ਕੇ ਉੱਥੋਂ ਬੈਠਾ ਤੁਹਾਡੇ ਉੱਤੇ, ਉਹ ਕੀ ਕਰਦਾ? ਜਦੋਂ ਲੋੜ ਪੈਣੀ ਆ, ਪਾਦਰੀ ਸਾਹਿਬ ਨੇ ਥੋੜੀ ਹੋਣਾ ਰਜਿਸਟਰੀ ਕਰਾਉਣ, ਪਰਮੇਸ਼ਵਰ ਦੀ ਲੋੜ ਪੈਣੀ ਤੁਹਾਨੂੰ। ਹਾਲੇਲੂਇਆ। ਜਦੋਂ ਨਿਆਣਿਆਂ ਦੇ ਰਿਸ਼ਤੇ ਹੋਣੇ ਆ ਤਾਂ ਚੰਗੇ ਰਿਸ਼ਤੇ ਕਿੰਨੇ ਲੱਭ ਕੇ ਦੇਣੇ ਆ? ਪਰਮੇਸ਼ਵਰ ਨੇ। ਤਾਂ ਫਿਰ ਫੇਥਫੁਲ ਕਿਹਦੇ ਨਾਲ ਹੋਣ ਦੀ ਜ਼ਰੂਰਤ ਆ? ਤੁਸੀਂ ਸਾਨੂੰ ਚੀਟ ਕਰ ਸਕਦੇ ਆ, ਵਚਨ ਦੇ ਅਨੁਸਾਰ ਨਹੀਂ, ਆਪਣੀ ਸਮਝ ਦੇ ਅਨੁਸਾਰ, ਪਰ ਤੁਸੀਂ ਪਰਮੇਸ਼ਵਰ ਨੂੰ ਕਦੀ ਚੀਟ ਨਹੀਂ ਕਰ ਸਕਦੇ, ਕਦੀ ਧੋਖਾ ਨਹੀਂ ਕਰ ਸਕਦੇ ਪਰਮੇਸ਼ਵਰ ਦੇ ਨਾਲ। ਇਸ ਲਈ ਟਾਈਮ ਤੋਂ ਪਹਿਲਾਂ ਆਣ ਕੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠੋ ਔਰ ਹੱਥ ਚੱਕ ਕੇ ਮਜ਼ੇ ਨਾਲ ਕਹੋ, ਦੇਖੋ ਪ੍ਰਭੂ ਜੀ, ਮੈਂ ਸਮੇਂ ਤੋਂ ਪਹਿਲਾਂ ਪਹੁੰਚਿਆ, ਹੁਣ ਮੇਰੀ ਬਰਕਤ ਵੀ ਸਮੇਂ ਤੋਂ ਪਹਿਲਾਂ ਪਹੁੰਚੂਗੀ। ਹਾਲੇਲੂਇਆ। ਔਰ ਜਿੱਦਾਂ ਤੁਸੀਂ ਕਰੋਗੇ ਤੇ ਜਿੱਦਾਂ ਤੁਸੀਂ ਕਹੋਗੇ ਉਦਾਂ ਤੁਹਾਡੇ ਨਾਲ ਹੋ ਜਾਊਗਾ। ਹਾਲੇਲੂਇਆ। ਆਪਾਂ ਦੇਖ ਲੈਂਦੇ ਆ ਭਲਾ ਪ੍ਰਭੂ ਯਿਸੂ ਮਸੀਹ ਜੀ ਨੇ ਕੁਝ ਦਸਵੰਧ ਦੇ ਬਾਰੇ ਵਿੱਚ ਕਿਹਾ ਕਿ ਨਹੀਂ ਕਿਹਾ। ਆਓ ਆਪਾਂ ਦੇਖੀਏ, ਮੱਤੀ 23 ਦੇਖਦੇ ਆ। ਮੱਤੀ 23 ਦੀ 23 ਆਪਾਂ ਦੇਖੀਏ। ਇੱਥੇ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ, ਹੇ ਕਪਟੀ ਗ੍ਰੰਥੀਓ ਅਤੇ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਪੁਦੀਨੇ ਅਤੇ ਸੌਂਫ ਅਤੇ ਜੀਰੇ ਦਾ ਦਸਵੰਧ ਦਿੰਦੇ ਹੋ ਅਤੇ ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਂ ਅਰ ਦਇਆ ਅਰ ਨੇਚਾ ਨੂੰ ਛੱਡ ਦਿੱਤਾ ਹੈ, ਪਰ ਚਾਹੀਦਾ ਸੀ ਜੋ ਇਹਨਾਂ ਨੂੰ ਕਰਦੇ ਅਤੇ ਉਹਨਾਂ ਨੂੰ ਵੀ ਨਾ ਛੱਡ ਦੇ। ਹਾਲੇਲੂਇਆ। ਹਾਲੇਲੂਇਆ। ਸੋ ਇੱਥੇ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ, ਜਿਹੜੇ ਤੁਸੀਂ ਆਪਣੇ ਆਪ ਨੂੰ ਬਹੁਤ ਅਕਲ ਲਤੀਫ ਸਮਝਦੇ ਆ, ਬਹੁਤ ਸਮਝਦਾਰ ਸਮਝਦੇ ਆ, ਉਹਨਾਂ ਦੇ ਨਾਲ ਗੱਲ ਹੋ ਰਹੀ ਆ। ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਬਹੁਤ ਗਿਆਨੀ, ਸਾਨੂੰ ਪਤਾ ਵਚਨ ਕਿੱਦਾਂ ਗੱਲ ਕਰਦਾ ਆ, ਸਾਨੂੰ ਪਤਾ ਵਚਨ 'ਚ ਕੀ ਲਿਖਿਆ ਆ, ਇੱਥੇ ਉਹਨਾਂ ਦੇ ਨਾਲ ਪ੍ਰਭੂ ਯਿਸੂ ਮਸੀਹ ਗੱਲ ਕਰਦੇ ਤੇ ਕਹਿੰਦੇ ਤੁਹਾਡੇ ਉੱਤੇ ਹਾਏ ਹਾਏ ਆ ਵੀ ਤੁਸੀਂ ਪੁਦੀਨੇ ਦਾ, ਸੌਂਫ ਦਾ, ਜੀਰੇ ਦਾ, ਅਰਥਾਤ ਤੁਸੀਂ ਮਸਾਲਿਆਂ ਦੇ ਦਸਵੰਧ ਕੱਢੇ ਆ, ਪਰ ਤੁਸੀਂ ਪਰਮੇਸ਼ਵਰ ਦੇ ਉਹ ਹੁਕਮ ਜਿਹੜੇ ਦਇਆ ਕਰਨੇ, ਧਾਰਮਿਕਤਾ ਵਿੱਚ ਚੱਲਣਾ, ਸੱਚਾਈ ਵਿੱਚ ਚੱਲਣਾ, ਤੁਸੀਂ ਉਹ ਛੱਡ ਦਿੱਤੇ ਆ। ਪਰ ਤੁਹਾਨੂੰ ਕੀ ਕਰਨਾ ਚਾਹੀਦਾ ਸੀ? ਤੁਸੀਂ ਪਰਮੇਸ਼ਵਰ ਦੇ ਜਿਹੜਾ ਗਿਵਿੰਗ ਦਾ ਹੁਕਮ ਆ, ਦੇਣ ਦਾ ਹੁਕਮ ਆ, ਦਾਨ ਦਾ ਹੁਕਮ ਆ, ਭੇਟਾ ਚੜਾਉਣ ਦਾ ਹੁਕਮ ਆ, ਤੁਸੀਂ ਉਹਨੂੰ ਵੀ ਮੰਨਦੇ, ਸਗੋਂ ਤੁਸੀਂ ਇਹ ਵੀ ਸਾਰਾ ਕੁਝ ਪੂਰਾ ਕਰਦੇ। ਹਾਲੇਲੂਇਆ। ਕੁਝ ਲੋਕ ਕੀ ਕਰਦੇ ਆ, ਉਹ ਦਸਵੰਧ ਸੱਚੀ ਬਹੁਤ ਵਫਾਦਾਰੀ ਦੇ ਨਾਲ ਦਿੰਦੇ ਆ, ਪਰ ਫਿਰ ਵੀ ਉਹਨਾਂ ਦੇ ਜੀਵਨ ਦੇ ਵਿੱਚ ਉੱਦਾਂ ਨਹੀਂ ਹੁੰਦਾ ਜਿੱਦਾਂ ਉਹ ਚਾਹੁੰਦੇ ਆ। ਉਹ ਆਣ ਕੇ ਸਾਨੂੰ ਇਦਾਂ ਹੀ ਦੱਸਦੇ ਆ, ਅਸੀਂ ਬੜੀ ਇਮਾਨਦਾਰੀ ਨਾਲ ਦਸਵੰਧ ਦਿੰਨੇ ਆ, ਅਸੀਂ ਤਾਂ ਜਿਹੜਾ ਸਾਡੇ ਗੁਆਂਢੀ ਕੋਈ ਮਾਤੜ ਜੀ, ਅਸੀਂ ਤਾਂ ਉਹਨੂੰ ਵੀ ਰਾਸ਼ਨ ਪਾਣੀ ਲੈ ਦੀਦਾ ਆ, ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਬਲੈਸ ਕਰਦੇ ਆ, ਪਰ ਜੋ ਸਾਡੇ ਜੀਵਨ 'ਚ ਹੋਣਾ ਚਾਹੀਦਾ ਨਾ, ਉੱਦਾਂ ਨਹੀਂ ਹੈਗਾ। ਦੇਖੋ, ਭੇਟਾ ਚੜਾਉਣੀ ਜਿੰਨੀ ਉੱਤਮ ਆ, ਓਨਾ ਹੀ ਉੱਤਮ, ਸਗੋਂ ਉਸ ਨਾਲੋਂ ਵੀ ਵੱਧ ਉੱਤਮ ਆ ਪਰਮੇਸ਼ਵਰ ਜੀ ਦੇ ਵਚਨਾਂ ਦੀ ਆਗਿਆਕਾਰੀ ਦੇ ਵਿੱਚ ਰਹਿਣਾ। ਹਾਲੇਲੂਇਆ। ਕਿਉਂਕਿ ਅਸੀਂ ਸਿਰਫ ਪੈਸੇ ਦੇ ਨਾਲ ਪਰਮੇਸ਼ਵਰ ਦੀ ਕਿਰਪਾ ਨੂੰ ਨਹੀਂ ਖਰੀਦ ਸਕਦੇ। ਜੇ ਤੁਸੀਂ ਇਹ ਕਹੋ ਕਿ ਮੈਂ 100 ਰੁਪਇਆ ਪਾ ਦਿੱਤਾ, ਮੈਂ ਲੱਖ ਰੁਪਈਆ ਪਾ ਦਿੱਤਾ, ਜਾਂ ਜੋ ਵੀ ਤੁਸੀਂ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਬੀਜਣ ਵਾਸਤੇ ਤੁਸੀਂ ਉਹ ਪਾ ਦਿੱਤਾ, ਤੇ ਹੁਣ ਤੁਸੀਂ ਕਹੋ ਵੀ ਮੈਂ ਧਰਮੀ ਬਣ ਗਿਆ, ਹੁਣ ਮੈਂ ਜਿੰਨਾ ਮਰਜ਼ੀ ਝੂਠ ਬੋਲੀ ਜਾਵਾਂ, ਮੇਰੇ ਕੰਮ ਹੋ ਹੀ ਜਾਣੇ ਆ, ਕਰਕੇ ਮੈਂ ਤਾਂ ਦਸਵੰਧ ਕੱਢਦਾ ਆ, ਮੈਂ ਤਾਂ ਐਕਸਟਰਾ ਵੀ ਦਿੰਦਾ ਆ।
ਜੇ ਤੁਸੀਂ ਕਹੋ ਕਿ ਮੈਂ ਦਸਵੰਧ ਦਿੰਦਾ, ਸਗੋਂ ਅੱਧੋ ਅੱਧ ਹੀ ਪਰਮੇਸ਼ਵਰ ਦੇ ਨਾਲ ਪਾਰਟਨਰਸ਼ਿਪ ਕੀਤੀ ਆ, ਹੁਣ ਮੈਂ ਵਿਚਾਰ ਦੇ ਵਿੱਚ ਵੀ ਫਸਿਆ ਰਵਾਂ ਤਾਂ ਵੀ ਜਿਹੜਾ ਆ ਮੈਂ ਸਵਰਗ ਨੂੰ ਚਲਿਆ ਜਾਣਾ ਆ, ਤਾਂ ਇਦਾਂ ਨਹੀਂ ਹੋ ਸਕਦਾ। ਤੁਸੀਂ ਆਪਣੇ ਦਸਵੰਧ ਦੇਣ ਦੇ ਨਾਲ, ਆਪਣੀ ਧੰਨਵਾਦ ਦੀ ਭੇਟਾ ਚੜਾਉਣ ਦੇ ਨਾਲ, ਸ਼ੁਕਰਗੁਜ਼ਾਰੀ ਦੇ ਨਜ਼ਰਾਨੇ ਪਰਮੇਸ਼ਵਰ ਦੇ ਅੱਗੇ ਰੱਖਣ ਦੇ ਨਾਲ ਤੁਸੀਂ ਫਿਜ਼ੀਕਲੀ ਬਲੈਸ ਹੁੰਦੇ ਆ। ਤੁਸੀਂ ਸਰੀਰਕ ਤੌਰ ਤੇ ਸੰਸਾਰਕ ਤੌਰ ਤੇ ਉਹਨਾਂ ਬਰਕਤਾਂ ਨੂੰ ਲੈਂਦੇ ਆ ਜਿਨ੍ਹਾਂ ਦੀ ਤੁਹਾਨੂੰ ਜ਼ਰੂਰਤ ਆ, ਪਰ ਆਤਮਿਕ ਤੌਰ ਤੇ ਪਰਮੇਸ਼ਵਰ ਦੇ ਅਭਿਸ਼ੇਕ ਨੂੰ ਲੈਣ ਦੇ ਲਈ, ਕਿਰਪਾ ਨੂੰ ਲੈਣ ਦੇ ਲਈ, ਦੇਖੋ ਦਿਖਣ ਵਾਲੀਆਂ ਵਸਤਾਂ ਨੂੰ ਲੈਣ ਦੇ ਲਈ ਤੁਹਾਨੂੰ ਦਿਖਣ ਵਾਲੀਆਂ ਭੇਟਾਂ ਚੜਾਉਣੀਆਂ ਪੈਣਗੀਆਂ, ਸਿੱਧਾ ਹਿਸਾਬ ਆ। ਦਿਖਣ ਵਾਲੀਆਂ ਬਰਕਤਾਂ ਲੈਣ ਦੇ ਲਈ ਦਿਖਣ ਵਾਲੀਆਂ ਭੇਟਾਂ ਚੜਾਓ, ਔਰ ਇਨਵਿਜ਼ੀਬਲ ਅਦ੍ਰਿਸ਼ ਅਣਡਿੱਠ ਵਸਤਾਂ ਨੂੰ ਲੈਣ ਦੇ ਲਈ ਅਣਡਿੱਠ ਵਸਤਾਂ ਦੀ ਭੇਟ ਚੜਾਓ। ਜੇ ਤੁਸੀਂ ਮਨ ਦੀ ਸ਼ਾਂਤੀ ਚਾਹੁੰਦੇ ਆ, ਘਰ ਦੇ ਵਿੱਚ ਤੁਸੀਂ ਚਾਹੁੰਦੇ ਆ ਸ਼ਾਂਤੀ ਹੋਵੇ, ਪ੍ਰੇਮ ਹੋਵੇ, ਇਤਫਾਕ ਹੋਵੇ, ਬੱਚੇ ਆਗਿਆਕਾਰੀ ਦੇ ਵਿੱਚ ਰਹਿਣ, ਤਾਂ ਫਿਰ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਪ੍ਰਭੂ ਜੀ ਦੇ ਬਾਕੀ ਹੁਕਮ ਵੀ ਜਿਹੜੇ ਆ ਉਹ ਮੰਨਣੇ ਹੀ ਪੈਣੇ ਆ। ਪ੍ਰਭੂ ਜੀ ਦੇ ਨਾਲ ਵਫਾਦਾਰੀ ਦੇ ਵਿੱਚ ਚੱਲਣਾ ਪੈਣਾ, ਇਮਾਨਦਾਰੀ ਵਿੱਚ ਚੱਲਣਾ ਪੈਣਾ, ਪਵਿੱਤਰਤਾਈ ਵਿੱਚ ਚੱਲਣਾ ਪੈਣਾ, ਸੱਚਾਈ ਵਿੱਚ ਚੱਲਣਾ ਪੈਣਾ, ਸਗੋਂ ਸਮਝਦਾਰੀ ਵਿੱਚ ਚੱਲਣਾ ਪੈਣਾ। ਹਾਲੇਲੂਇਆ। ਪਰ ਇੱਥੇ ਆਪਾਂ ਇੱਕ ਵੰਡਰਫੁਲ ਚੀਜ਼ ਇਹ ਦੇਖਦੇ ਆ ਕਿ ਜਿਹੜੀ ਭੇਟਾ ਦੇਣੀ ਆ, ਜਿੱਦਾਂ ਉਹ ਦਿੰਦੇ ਸੀ ਫਰੀਸੀ ਲੋਕ, ਵੀ ਉਹ ਆਪਣੇ ਮਸਾਲਿਆਂ ਦੀ ਭੇਟਾ ਚੜਾਉਂਦੇ ਸੀ, ਅਨਾਜ ਦੀ ਭੇਟਾ ਚੜਾਉਂਦੇ ਸੀ, ਸਭ ਕਾਸੇ ਦੀ ਭੇਟਾ ਚੜਾਉਂਦੇ ਸੀ। ਜੇ ਉਹ ਭੇਟਾ ਗਲਤ ਹੁੰਦੀ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਕਹਿਣਾ ਸੀ ਇਹਦੀ ਜਗ੍ਹਾ ਤੇ ਤੁਹਾਨੂੰ ਆ ਕਰਨਾ ਚਾਹੀਦਾ ਸੀ। ਇਦਾਂ ਹੀ ਕਹਿਣਾ ਸੀ ਨਾ, ਜਦੋਂ ਕੋਈ ਜਣਾ ਗਲਤ ਕਰਦਾ ਆਪਾਂ ਕਹਿੰਦੇ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ, ਇਹਦੀ ਥਾਂ ਤੈਨੂੰ ਆ ਕਰਨਾ ਚਾਹੀਦਾ ਸੀ। ਪਰ ਇੱਥੇ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ, ਕੀ ਕਿਹਾ, ਆਪਾਂ ਦੁਬਾਰਾ ਪੜ੍ਹ ਲਈਏ। ਕਹਿੰਦਾ ਹੈ ਕਪਟੀ ਗ੍ਰੰਥੀਓ ਤੇ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਪੁਦੀਨੇ ਅਤੇ ਸੌਂਫ ਅਤੇ ਜ਼ੀਰੇ ਦਾ ਦਸਵੰਧ ਦਿੰਦੇ ਹੋ ਅਤੇ ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਓ ਅਰ ਦਇਆ ਅਰ ਨੇਚਾ ਨੂੰ ਛੱਡ ਦਿੱਤਾ, ਪਰ ਚਾਹੀਦਾ ਸੀ ਜੋ ਇਹਨਾਂ ਨੂੰ ਕਰਦੇ ਅਤੇ ਉਹਨਾਂ ਨੂੰ ਵੀ ਨਾ ਛੱਡ ਦੇ। ਹਾਲੇਲੂਇਆ। ਇਹਨਾਂ ਹੁਕਮਾਂ ਨੂੰ ਪੂਰੀਆਂ ਕਰਦੇ ਕਿ ਤੁਸੀਂ ਦਇਆ ਦੇ ਵਿੱਚ ਚੱਲਦੇ, ਧਾਰਮਿਕਤਾ ਦੇ ਵਿੱਚ ਚੱਲਦੇ, ਪਰ ਤੁਸੀਂ ਨਜ਼ਰਾਨੇ ਚੜਾਉਣੇ ਵੀ ਨਾ ਛੱਡਦੇ। ਹਾਲੇਲੂਇਆ। ਇਹਦਾ ਮਤਲਬ ਭੇਟਾ ਚੜਾਉਣੀ ਪ੍ਰਭੂ ਯਿਸੂ ਮਸੀਹ ਜੀ ਦੀ ਨਜ਼ਰ ਦੇ ਵਿੱਚ ਜਿਹੜੀ ਆ ਉਹ ਉੱਤਮ ਆ, ਉਹ ਯੋਗ ਆ। ਹਾਲੇਲੂਇਆ। ਆਓ ਆਪਾਂ ਦੇਖ ਲੈਂਦੇ ਆ ਮਲਾਕੀ ਦੀ ਕਿਤਾਬ, ਓਲਡ ਟੈਸਟਾਮੈਂਟ ਦੇ ਵਿੱਚ ਆ, ਉਹਦਾ 3 ਨੰਬਰ ਅਧਿਆਏ ਤੇ ਉਹਦੀ ਆਪਾਂ 6 ਤੋਂ 12 ਨੰਬਰ ਪੰਕਤੀ ਜਿਹੜੀ ਉਹ ਦੇਖ ਲੈਂਦੇ ਆ। ਇੱਥੇ ਲਿਖਿਆ, ਕਿਉਂ ਜੋ ਮੈਂ ਯਹੋਵਾ ਅਟਲ ਹਾਂ, ਇਸੇ ਕਾਰਨ ਹੇ ਯਾਕੂਬ ਦੇ ਪੁੱਤਰੋ ਤੁਸੀਂ ਨਹੀਂ ਮੁੱਕੇ। ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਮੇਰੀਆਂ ਵਿਧੀਆਂ ਤੋਂ ਬੇਮੁਖ ਹੁੰਦੇ ਆਏ ਹੋ, ਤੁਸੀਂ ਉਹਨਾਂ ਦੀ ਪਾਲਣਾ ਨਹੀਂ ਕੀਤੀ। ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ, ਸੈਨਾ ਦਾ ਯਹੋਵਾ ਆਖਦਾ ਹੈ। ਪਰ ਤੁਸੀਂ ਆਖਦੇ ਹੋ ਅਸੀਂ ਕਿਹੜੀ ਗੱਲ ਵਿੱਚ ਮੁੜੀਏ? ਕੀ ਕੋਈ ਆਦਮੀ ਪਰਮੇਸ਼ਵਰ ਨੂੰ ਠੱਗੇਗਾ? ਪਰ ਤੁਸੀਂ ਮੈਨੂੰ ਠੱਗ ਲਿਆ। ਅਤੇ ਤੁਸੀਂ ਆਖਦੇ ਹੋ ਕਿਹੜੀ ਗੱਲ ਵਿੱਚ ਅਸਾਂ ਤੈਨੂੰ ਠੱਗ ਲਿਆ? ਦਸਵੰਧਾਂ ਅਤੇ ਭੇਟਾਂ ਵਿੱਚ। ਤੁਸੀਂ ਸਰਾਪੀਆਂ ਦੇ ਸਰਾਪੀ ਹੋਏ, ਤੁਸੀਂ ਮੈਨੂੰ ਠੱਗਦੇ ਹੋ। ਸਗੋਂ ਸਾਰੀ ਕੌਮ ਵੀ ਸਾਰੇ ਦਸਵੰਧ ਮੇਰੇ ਮੋਦੀਖਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ ਅਤੇ ਉਸੇ ਨਾਲ ਮੈਨੂੰ ਜਰਾ ਪਰਤਾਓ। ਸੈਨਾ ਦਾ ਯਹੋਵਾ ਆਖਦਾ ਹੈ ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ, ਵੀ ਤੁਹਾਡੇ ਲਈ ਬਰਕਤ ਵਰਾਵਾਂ ਇੱਥੋਂ ਤੀਕ ਕਿ ਉਹਦੇ ਲਈ ਥਾਂ ਨਾ ਹੋਵੇਗਾ। ਮੈਂ ਤੁਹਾਡੇ ਲਈ ਖਾਣ ਵਾਲੇ ਨੂੰ ਝਿੜਕਾਂਗਾ ਕਿ ਉਹ ਤੁਹਾਡੀ ਜ਼ਮੀਨ ਦੇ ਫਲਾਂ ਨੂੰ ਨਾਸ ਨਾ ਕਰੇ ਅਤੇ ਤੁਹਾਡੇ ਅੰਗੂਰ ਪੈਲੀ ਵਿੱਚ ਅਫਲ ਨਾ ਰਹਿ ਜਾਣ। ਸੈਨਾ ਦਾ ਯਹੋਵਾ ਆਖਦਾ ਹੈ। ਹਾਲੇਲੂਇਆ। ਇੱਥੇ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ ਜੀ ਸਾਡੇ ਨਾਲ ਸ਼ਿਕਵਾ ਕਰ ਰਹੇ ਆ, ਗਿਲਾ ਕਰ ਰਹੇ ਆ। ਕਹਿੰਦੇ ਤੁਸੀਂ ਆਪਣੇ ਪਿਓ ਦਾਦਿਆਂ ਤੋਂ ਹੀ ਮੈਨੂੰ ਠੱਗੀ ਜਾਂਦੇ ਆ, ਤੁਸੀਂ ਆਪਣੇ ਪਿਓ ਦਾਦਿਆਂ ਤੋਂ ਹੀ ਮੇਰੀਆਂ ਵਿਧੀਆਂ ਤੋਂ ਬੇਮੁਖ ਹੋਏ ਆ। ਜੋ ਨਜ਼ਰਾਨੇ ਭੇਟਾ ਤੁਹਾਨੂੰ ਚੜਾਉਣੇ ਚਾਹੀਦੇ ਸੀ, ਨਾ ਤੁਹਾਡੇ ਪਿਓ ਦਾਦਿਆਂ ਨੇ ਉਦਾਂ ਚੜਾਏ, ਨਾ ਤੁਸੀਂ ਚੜਾਉਂਦੇ ਆ।
ਕਹਿੰਦੇ ਤੁਸੀਂ ਇਹ ਸੋਚਦੇ ਭਲਾ ਕੋਈ ਰੱਬ ਨੂੰ ਠੱਗ ਸਕਦਾ ਕੋਈ ਬੰਦਾ? ਕਹਿੰਦਾ ਤੁਸੀਂ ਠੱਗ ਤਾਂ ਲਿਆ ਤੇ ਫਿਰ ਤੁਸੀਂ ਪੁੱਛਦੇ ਆ ਵੀ ਕਿਹੜੀ ਗੱਲ ਵਿੱਚ ਠੱਗਿਆ? ਕਹਿੰਦਾ ਤੁਸੀਂ ਦਸਵੰਧਾਂ ਵਿੱਚ ਠੱਗਿਆ, ਸਗੋਂ ਭੇਟਾ ਵਿੱਚ ਵੀ। ਇਹਦਾ ਮਤਲਬ ਦਸਵੰਧ ਪਲੱਸ ਭੇਟਾ, ਦਸਵੰਧ ਪਲੱਸ ਭੇਟਾ। ਦਸਵੰਧ ਤੇ ਆ ਜੋ ਸਾਡੀ ਇਨਕਮ ਆ ਉਹਦੇ ਵਿੱਚੋਂ ਟਾਇਥ, ਤੇ ਭੇਟਾ ਆ ਐਕਸਟਰਾ ਖੁਸ਼ੀ ਦੇ ਨਾਲ ਗਿਫਟ ਦੇ ਵਜੋਂ ਨਜ਼ਰਾਨਾ। ਕਹਿੰਦਾ ਤੁਸੀਂ ਉਹਦੇ 'ਚ ਮੈਨੂੰ ਠੱਗ ਲਿਆ। ਹੁਣ ਉਹ ਕੀ ਕਹਿੰਦੇ ਆ ਪ੍ਰਭੂ ਜੀ? ਕਹਿੰਦੇ ਦਸਵੰਧਾਂ ਨੂੰ, ਸਾਰੇ ਜਿਹੜੇ ਦਸਵੰਧ ਆ ਮੇਰੇ ਮੋਦੀਖਾਨੇ ਵਿੱਚ ਲਿਆਓ। ਹੁਣ ਪ੍ਰਭੂ ਦਾ ਮੋਦੀਖਾਨਾ ਕਿੱਥੇ ਆ? ਬੋਲੋ। ਪ੍ਰਭੂ ਦੀ ਹੈਕਲ ਦੇ ਵਿੱਚ। ਪ੍ਰਭੂ ਦਾ ਮੋਦੀਖਾਨਾ ਕਿੱਥੇ ਆ? ਪ੍ਰਭੂ ਦੀ ਹੈਕਲ ਦੇ ਵਿੱਚ। ਤਾਂ ਵਚਨ ਦੱਸਦਾ ਆ ਕਿ ਸਾਰੇ ਦਸਵੰਧ ਯਹੋਵਾ ਪਰਮੇਸ਼ਵਰ ਨੇ ਕਿਹਾ ਮੇਰੇ ਮੋਦੀਖਾਨੇ ਵਿੱਚ ਲਿਆਓ। ਸਾਰੇ ਤਰ੍ਹਾਂ ਦੇ ਦਸਵੰਧ ਮੋਦੀਖਾਨੇ ਵਿੱਚ, ਜਿਹੜਾ ਚਰਚ ਦਾ ਸਟੋਰ ਹਾਊਸ ਆ ਉਹਦੇ ਵਿੱਚ ਆਉਣੇ ਚਾਹੀਦੇ ਆ। ਹਾਲੇਲੂਇਆ। ਜਿੱਥੇ ਚਰਚ ਦੇ ਲਈ, ਜਿੱਥੇ ਹੈਕਲ ਦੇ ਵਿੱਚ ਜਮਾ ਕੀਤਾ ਜਾਂਦਾ ਆ, ਉੱਥੇ ਆਉਣਾ ਚਾਹੀਦਾ ਆ। ਕਹਿੰਦਾ ਤੁਸੀਂ ਮੈਨੂੰ ਠੱਗਿਆ ਆ, ਇਸ ਲਈ ਤੁਹਾਡੇ ਉੱਤੇ ਕਰਸ ਆ। ਤੁਸੀਂ ਕਹਿੰਦਾ ਸਰਾਪੀਆਂ ਦੇ ਸਰਾਪੀ ਹੋਏ ਹੋ। ਸਗੋਂ ਸਾਰੀ ਕੌਮ ਵੀ, ਕਹਿੰਦਾ ਬਹੁਤ ਸਾਰੇ, ਥੋੜੇ ਜਿਹੇ ਨਹੀਂ, ਕਿਸੇ ਇੱਕ ਦੇ ਲਈ ਨਹੀਂ ਆ, ਪਰ ਉਹਨਾਂ ਸਾਰਿਆਂ ਦੇ ਲਈ ਜਿਹੜੇ ਠੱਗਦੇ ਆ ਦਸਵੰਧਾਂ ਦੇ ਵਿੱਚ ਤੇ ਭੇਟਾ ਵਿੱਚ ਪਰਮੇਸ਼ਵਰ ਨੂੰ, ਉਹਨਾਂ ਸਾਰਿਆਂ ਦੇ ਉੱਤੇ ਕਰਸ ਆ, ਉਹਨਾਂ ਦੇ ਉੱਤੇ ਸਰਾਪ ਆ। ਕਈ ਵਾਰੀ ਆਪਾਂ ਕਹਿੰਦੇ ਪਤਾ ਨਹੀਂ ਲੱਗਦਾ ਸਾਡੇ ਉੱਤੇ ਕਿਹੜਾ ਸਰਾਪ ਕੰਮ ਕਰਦਾ ਆ। ਤਾਂ ਇੱਦਾਂ ਵੀ ਸਰਾਪ ਆਉਂਦੇ ਆ ਜਦੋਂ ਅਸੀਂ ਪਰਮੇਸ਼ਵਰ ਨੂੰ ਠੱਗਦੇ, ਤਦ ਵੀ ਸਾਡੇ ਉੱਤੇ ਸਰਾਪ ਆਉਂਦਾ ਆ। ਕਹਿੰਦਾ ਵਚਨ ਇਦਾਂ ਦੱਸਦਾ, ਪ੍ਰਭੂ ਜੀ ਨੇ ਇਦਾਂ ਕਿਹਾ, ਸੈਨਾ ਦਾ ਯਹੋਵਾ ਆਖਦਾ ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਨਾ ਖੋਲ ਦੂੰਗਾ। ਕਿੰਨੀਆਂ ਖੋਲੂਗੇ? ਕਹਿੰਦਾ ਤੁਹਾਡੇ ਲਈ ਥਾਂ ਹੀ ਨਾ ਹੋਊਗੀ ਰੱਖਣ ਨੂੰ। ਇੰਨੀ ਬਰਕਤ ਪ੍ਰਭੂ ਕਹਿੰਦੇ ਮੈਂ ਤੁਹਾਨੂੰ ਦੇ ਸਕਦਾ ਜੇ ਤੁਸੀਂ ਆਪਣੇ ਦਸਵੰਧਾਂ ਵਿੱਚ ਵਫਾਦਾਰ ਹੋ ਜਾਓ, ਭੇਟਾ ਚੜਾਉਣ ਦੇ ਵਿੱਚ ਵਫਾਦਾਰ ਹੋ ਜਾਓ, ਕਿ ਤੁਹਾਡੇ ਕੋਲੇ ਰੱਖਣ ਲਈ ਥਾਂ ਨਾ ਹੋਵੇ। ਅੱਜ ਤੁਹਾਨੂੰ ਲੱਗਦਾ ਕਿ ਮੇਰੇ ਕੋਲੇ ਪਾਉਣ ਦੇ ਲਈ ਕੁਝ ਨਹੀਂ ਆ, ਪਰ ਪਰਮੇਸ਼ਵਰ ਕੀ ਕਹਿੰਦੇ? ਮੈਂ ਇੰਨਾ ਦਵਾਂ ਕਿ ਸਾਂਭਣ ਲਈ ਤੇਰੇ ਕੋਲੇ ਥਾਂ ਨਾ ਆਊਗੀ। ਹਾਲੇਲੂਇਆ। ਇੰਨਾ ਬਲੈਸ ਕਰਨਾ ਚਾਹੁੰਦੇ ਪ੍ਰਭੂ। ਔਰ ਜਿਹੜਾ ਵਚਨ ਹੈ ਨਾ, ਮੈਂ ਆਲਵੇਜ਼ ਇਦਾਂ ਕਹਿੰਦੀ ਹੁੰਦੀ, ਉਹ 7+ ਵਾਰੀ ਸਾਡੇ ਨਾਲ ਸੇਮ ਗੱਲ ਕਰਦਾ ਆ। ਤੁਸੀਂ ਬਾਈਬਲ 'ਚ ਜਿੰਨੀ ਵਾਰੀ ਮਰਜ਼ੀ ਚੈੱਕ ਕਰਕੇ ਦੇਖ ਲਿਓ, 7+ ਟਾਈਮ ਉਹ ਤੁਹਾਡੇ ਨਾਲ ਸੇਮ ਹੀ ਗੱਲ ਕਰਦਾ ਆ। ਅੱਖਰ ਹੋਰ ਹੋ ਸਕਦੇ। ਹੁਣ ਇੱਥੇ ਲਿਖਿਆ, ਕਹਿੰਦਾ ਤੁਹਾਡੇ ਕੋਲੇ ਰੱਖਣ ਲਈ ਥਾਂ ਨਹੀਂ ਹੋਊਗਾ, ਇੰਨੀ ਬਰਕਤ ਦੇ ਦੂੰਗਾ ਜੇ ਤੁਸੀਂ ਇਮਾਨਦਾਰੀ ਦੇ ਵਿੱਚ ਚੱਲੋ। ਮੇਰੇ ਘਰ ਦੇ ਵਿੱਚ ਕਹਿੰਦਾ ਉਹਦੇ ਨਾਲ ਭੋਜਨ ਤਿਆਰ ਹੋਵੇ। ਤੇ ਯਰਮੀਆ ਦੀ ਕਿਤਾਬ ਦੇ ਵਿੱਚ ਕੀ ਲਿਖਿਆ? ਕਹਿੰਦਾ ਮੇਰੇ ਕੋਲ ਜਿਹੜੀਆਂ ਤੁਹਾਡੇ ਲਈ ਪਲੈਨਿੰਗਸ ਆ, ਉਹ ਕਿਹੜੀਆਂ ਆ? ਲਾਭ ਦੀਆਂ, ਭਲਾਈ ਦੀਆਂ, ਕਹਿੰਦਾ ਹਾਨੀ ਦੀਆਂ ਨਹੀਂ। ਹੁਣ ਜੇ ਤੁਹਾਡੇ ਕੋਲੇ ਪਰਸ ਆ, ਪਰ ਪਰਸ ਦੇ ਵਿੱਚ ਧਨ ਨਾ ਹੋਏ, ਤੁਹਾਡੇ ਕੋਲੇ ਡਰਮ ਆ ਤੇ ਡਰਮ ਵਿੱਚ ਦਾਣੇ ਨਾ ਹੋਣ, ਤੁਹਾਡੇ ਅੰਦਰ ਕੁੱਖ ਆ ਪਰ ਕੁੱਖ ਦੇ ਵਿੱਚ ਬੱਚਾ ਨਾ ਹੋਏ, ਤਾਂ ਇਹ ਹਾਨੀ ਦੀ ਪਲੈਨਿੰਗ ਹੋ ਗਈ। ਪਰ ਪਰਮੇਸ਼ਵਰ ਦਾ ਵਚਨ ਕਹਿੰਦਾ ਮੇਰੇ ਕੋਲੇ ਜਿਹੜੀਆਂ ਪਲੈਨਿੰਗਸ ਆ ਤੁਹਾਡੇ ਲਈ, ਉਹ ਮੈਂ ਜਾਣਦਾ ਆ। ਔਰ ਉਹ ਪਲੈਨਿੰਗਸ ਜਿਹੜੀਆਂ ਆ, ਉਹ ਜਿਹੜੀਆਂ ਯੋਜਨਾਵਾਂ ਆ, ਉਹ ਤੁਹਾਡੇ ਫਾਇਦੇ ਦੀਆਂ ਆ, ਤੁਹਾਡੇ ਲਾਭ ਦੀਆਂ ਆ, ਹਾਨੀ ਦੀਆਂ ਨਹੀਂ ਆ, ਨੁਕਸਾਨ ਵਾਲੀਆਂ ਨਹੀਂ ਆ। ਤਾਂ ਹੁਣ ਇੱਥੇ ਪ੍ਰਭੂ ਆਪਣੀ ਪਲੈਨਿੰਗ ਨੂੰ ਆਪਣੇ ਉੱਤੇ ਜ਼ਾਹਿਰ ਕਰ ਰਹੇ ਆ। ਔਰ ਕੀ ਪਲੈਨਿੰਗ ਆ? ਕਹਿੰਦਾ ਤੁਸੀਂ ਦਸਵੰਧ ਲੈ ਆਓ। ਉਹਨੇ ਇਦਾਂ ਤੇ ਨਹੀਂ ਕਿਹਾ ਤੁਹਾਡਾ ਦਸਵੰਧ 1 ਲੱਖ ਬਣਨਾ ਚਾਹੀਦਾ ਆ। ਤੁਹਾਡਾ ਦਸਵੰਧ 10 ਰੁਪਏ ਵੀ ਹੋ ਸਕਦਾ ਆ, ਤੁਹਾਡਾ ਦਸਵੰਧ 1 ਕਰੋੜ ਵੀ ਹੋ ਸਕਦਾ ਆ, ਤੇ ਮੋਰ ਦੈਨ ਵੀ ਹੋ ਸਕਦਾ ਆ, ਉਸ ਤੋਂ ਜ਼ਿਆਦਾ ਵੀ ਹੋ ਸਕਦਾ ਆ। ਪਰ ਕਹਿੰਦਾ ਤੁਸੀਂ ਆਪਣੇ ਦਸਵੰਧ ਲੈ ਆਓ, ਮੈਂ ਅਸਮਾਨੀ ਝਰੋਖਾ ਹੀ ਖੋਲ ਦੂੰਗਾ। ਆਪਾਂ ਤੇ ਤੁਹਾਨੂੰ ਕਹਿੰਦੇ 100 ਟਾਈਮਸ ਬਲੈਸ ਕਰੂਗੇ, ਕਿਉਂਕਿ ਵਚਨ 'ਚ ਕਈ ਜਗ੍ਹਾ ਤੇ ਲਿਖਿਆ 100 ਗੁਣਾ ਬਰਕਤ, 30 ਗੁਣਾ, 60 ਗੁਣਾ, ਸਗੋਂ 100 ਗੁਣਾ। ਪਰ ਇੱਥੇ ਤਾਂ ਅਣਗਿਣਤੀ ਹੋ ਗਿਆ ਕੰਮ, ਅਨਲਿਮਿਟਿਡ ਹੋ ਗਿਆ, ਜਿਹਨੂੰ ਗਿਣਿਆ ਹੀ ਨਹੀਂ ਜਾ ਸਕਦਾ। ਹੁਣ ਜੇ ਅਸਮਾਨ ਦੇ ਵਿੱਚੋਂ ਬਾਰਿਸ਼ ਹੋਏ, ਤੁਸੀਂ ਉਹਦੀਆਂ ਬੂੰਦਾਂ ਨੂੰ ਗਿਣ ਸਕਦੇ ਆ? ਤੁਸੀਂ ਉਸ ਪਾਣੀ ਨੂੰ ਮਿਣ ਸਕਦੇ ਆ? ਨਹੀਂ ਮਿਣਿਆ ਜਾ ਸਕਦਾ, ਨਹੀਂ ਗਿਣਿਆ ਜਾ ਸਕਦਾ। ਤਾਂ ਪ੍ਰਭੂ ਕਹਿੰਦੇ ਤੁਸੀਂ ਅਗਰ ਆਪਣੇ ਦਸਵੰਧ ਦੇਣ ਵਿੱਚ ਔਰ ਆਪਣੀਆਂ ਭੇਟਾਂ ਦੇਣ ਦੇ ਵਿੱਚ ਵਫਾਦਾਰ ਹੋ ਜਾਓ,
ਤਾਂ ਮੈਂ ਇੰਨੀਆਂ ਬਰਕਤਾਂ ਤੁਹਾਨੂੰ ਦੇਵਾਂਗਾ ਜਿਹੜੀਆਂ ਤੁਸੀਂ ਗਿਣ ਨਹੀਂ ਸਕਦੇ, ਜਿਹੜੀਆਂ ਤੁਸੀਂ ਮਿਣ ਨਹੀਂ ਸਕਦੇ। ਇੰਨੀਆਂ ਜ਼ਿਆਦਾ ਹੋ ਜਾਣਗੀਆਂ ਕਿ ਘਰ ਤਾਂ ਭਰ ਜਾਊਗਾ ਪਰ ਬਰਕਤਾਂ ਨਹੀਂ ਮੁੱਕਣਗੀਆਂ। ਹਾਲੇਲੂਇਆ। ਔਰ ਸੇਮ ਇਹਦੇ ਨਾਲ ਕਿੱਦਾਂ ਬਰਕਤ ਮਿਲਦੀ ਆਪਾਂ ਦੇਖ ਸਕਦੇ ਹਾਂ। ਤੁਸੀਂ ਏਲੀਆ ਵਾਲੀ ਕਹਾਣੀ ਤਾਂ ਤੁਸੀਂ ਸੁਣੀ ਹੋਣੀ ਆ, ਨਬੀ ਵਾਲੀ, ਏਲੀਆ ਅਲੀਸ਼ਾ ਨਬੀ ਦੀ ਸਟੋਰੀਆਂ ਸੁਣੀਆਂ ਤੁਸੀਂ। ਔਰ ਆਪਾਂ ਉੱਥੇ ਦੇਖਦੇ ਹਾਂ ਜਦੋਂ ਪ੍ਰਭੂ ਦਾ ਨਬੀ ਵਿਧਵਾ ਔਰਤ ਦੇ ਕੋਲ ਗਿਆ ਤਾਂ ਉਹਨੇ ਕਿਹਾ ਤੇਰੇ ਕੋਲੇ ਖਾਣ ਨੂੰ ਕੀ ਆ? ਤਾਂ ਉਹਨੇ ਕਿਹਾ ਇੱਕ ਮੁੱਠੀ ਆਟਾ ਤੇ ਰੀਣਕ ਤੇਲ ਆ ਜਿਹੜਾ ਅਸੀਂ ਖਾ ਕੇ, ਮੈਂ ਤੇ ਮੇਰਾ ਪੁੱਤ ਅਸੀਂ ਖਾ ਕੇ ਫਿਰ ਮਰ ਜਾਈਏ, ਕਿਉਂਕਿ ਉਹਦੇ ਬਾਅਦ ਚ ਕੁਝ ਖਾਣ ਦੇ ਲਈ ਤੇ ਜਿੰਦਾ ਰਹਿਣ ਦੇ ਲਈ ਉਮੀਦ ਨਹੀਂ ਨਜ਼ਰ ਆਉਂਦੀ। ਹੁਣ ਉਹਨੇ ਇੰਨੀ ਗੱਲ ਕਹਿ ਦਿੱਤੀ, ਕਹਿੰਦੀ ਮੇਰੇ ਕੋਲੇ ਇੰਨਾ ਕੀ ਆ। ਹੁਣ ਕੋਈ ਬੰਦਾ ਉੱਥੇ ਓਪਰਾ ਬੈਠਾ ਹੋਵੇ ਤਾਂ ਜਦੋਂ ਪਰਮੇਸ਼ਵਰ ਦੇ ਨਬੀ ਨੇ ਕਿਹਾ, ਕਹਿੰਦਾ ਜਾ ਫਿਰ ਮੇਰੇ ਲਈ ਇੱਕ ਟਿੱਕੀ ਪਕਾ ਲਿਆ, ਜੇ ਕੋਈ ਓਪਰਾ ਹੋਵੇ ਉਹੋ ਜਿਹਾ ਉਹਨੇ ਕਹਿਣਾ ਕਿੱਡਾ ਨਿਰਦਈ ਬੰਦਾ ਆ। ਇੱਕ ਤਾਂ ਉਹ ਜਨਾਨੀ ਵਿਧਵਾ, ਉੱਤੋਂ ਅਨਾਥ ਬੱਚਾ, ਉਹਦਾ ਪਿਓ ਵੀ ਹੈ ਨਹੀਂ, ਕੋਈ ਕਮਾਉਣ ਵਾਲਾ ਹੈ ਨਹੀਂ, ਜੋ ਕੁਛ ਉਹਦੇ ਕੋਲ ਹੈਗਾ ਉਹ ਵੀ ਮੰਗਣ ਲੱਗ ਗਿਆ। ਇੱਡਾ ਨਿਰਦਈ ਆਦਮੀ। ਇੱਕ ਸੰਸਾਰਕ ਬੁੱਧੀ ਜੀਵ ਦੀ ਗੱਲ ਕਰ ਰਹੀ ਹਾਂ ਮੈਂ, ਅਗਰ ਕੋਈ ਓਪਰਾ ਹੋਵੇ। ਪਰ ਤੁਹਾਨੂੰ ਪਤਾ ਉਸ ਵਿਧਵਾ ਦਾ ਜਿਹੜਾ ਪਤੀ ਸੀਗਾ ਉਹ ਪ੍ਰਭੂ ਦੇ ਲਈ ਵਫਾਦਾਰ ਸੇਵਾਦਾਰ ਸੀਗਾ। ਪਰਮੇਸ਼ਵਰ ਨੇ ਆਪਣੇ ਨਬੀ ਨੂੰ ਹੋਰ ਕਿਸੇ ਦੇ ਘਰ ਕਿਉਂ ਨਹੀਂ ਭੇਜਿਆ? ਉਸ ਵਿਧਵਾ ਔਰਤ ਦੇ ਘਰ ਕਿਉਂ ਭੇਜਿਆ? ਕਿਉਂਕਿ ਕਿਤੇ ਨਾ ਕਿਤੇ ਉਹਦੇ ਪਤੀ ਦੀ ਭਲਾਈ ਪਰਮੇਸ਼ਵਰ ਦੀ ਨਜ਼ਰ ਵਿੱਚ ਸੀ, ਔਰ ਪਰਮੇਸ਼ਵਰ ਦੇ ਪ੍ਰੋਮਿਸ ਜਿਹੜੇ ਉਹ ਭਲਾਈਆਂ ਦੇ ਲਈ ਆ ਉਹ ਪੂਰੇ ਹੋਣ ਵਾਲੇ ਸੀ। ਹਾਲੇਲੂਇਆ। ਉਸ ਵਿਧਵਾ ਨੇ ਇਨਕਾਰ ਨਹੀਂ ਕੀਤਾ, ਉਹਨੇ ਵੀ ਅੱਗੋਂ ਆਰਗੂਮੈਂਟ ਨਹੀਂ ਕੀਤਾ ਵੀ ਹੇ ਪ੍ਰਭੂ ਦੇ ਜਨ, ਜੇ ਤੂੰ ਹੀ ਖਾ ਗਿਆ ਤੇ ਅਸੀਂ ਕਿੱਥੇ ਜਾਣਾ ਆ? ਇੱਕ ਦਿਨ ਤੇ ਐਟਲੀਸਟ ਅਸੀਂ ਖਾ ਕੇ 4 ਦਿਨ ਹੋਰ ਜੀ ਸਕਦੇ ਕਿ ਨਹੀਂ? ਪਰ ਉਹਨੇ ਉਹ ਗਈ, ਉਹਨੇ ਉਹ ਟਿੱਕੀ ਪਕਾਈ ਤੇ ਉਹਨੇ ਪਰਮੇਸ਼ਵਰ ਦੇ ਜਨ ਨੂੰ ਦਿੱਤੀ। ਤੁਸੀਂ ਸੋਚੋ ਉਸ ਵੇਲੇ ਉਹ ਮੁੰਡਾ ਵੀ ਸੋਚਦਾ ਹੋਣਾ ਕਿ ਚੰਗਾ ਭਲਾ ਸਿਆਣਾ ਆਦਮੀ ਮੇਰੇ ਹਿੱਸੇ ਦੀ ਰੋਟੀ ਖਾਈ ਜਾਂਦਾ ਆ। ਪਰ ਜੋ ਕੁਝ ਉਹਦੇ ਕੋਲ ਸੀ ਉਹਨੇ ਚੁਟਕੀ ਨਾਲ ਦਸਵੰਧ ਨਹੀਂ ਕੱਢਿਆ। ਜੋ ਕੁਝ ਉਹਦੇ ਕੋਲ ਸੀ, ਜਿੰਨਾ ਕੁ ਸੀ, ਉਹਨੇ ਆਫਰ ਕਰ ਦਿੱਤਾ ਪਰਮੇਸ਼ਵਰ ਦੇ ਬੰਦੇ ਨੂੰ। ਔਰ ਉੱਥੇ ਤਾਂ ਉਹਨੇ ਇਹ ਵੀ ਨਹੀਂ ਸੋਚਿਆ ਕਿ ਇਹ ਖਾਣ ਲਈ ਮੰਗ ਰਿਹਾ, ਪਰਮੇਸ਼ਵਰ ਦੀ ਹੈਕਲ ਲਈ ਨਹੀਂ ਮੰਗ ਰਿਹਾ, ਇਹ ਤਾਂ ਆਪਣੇ ਹੀ ਖਾਣ ਨੂੰ ਮੰਗੀ ਜਾਂਦਾ ਆ। ਉਸ ਔਰਤ ਨੇ ਇਨਕਾਰ ਨਹੀਂ ਕੀਤਾ, ਪਰ ਉਹਨੇ ਆਗਿਆਕਾਰੀ ਕੀਤੀ। ਔਰ ਜੋ ਉਹਦੇ ਕੋਲ ਸੀ ਉਹਨੇ ਬਣਾ ਕੇ ਪਰਮੇਸ਼ਵਰ ਦੇ ਜਨ ਦੇ ਅੱਗੇ, ਪ੍ਰਭੂ ਦੇ ਠਹਿਰਾਏ ਨਬੀ ਦੇ ਅੱਗੇ ਜਦੋਂ ਅਰਪਣ ਕੀਤਾ ਤਾਂ ਉਹਨੇ ਕਿਹਾ ਹੁਣ ਲਾਗੇ ਪਾਸਿਓਂ ਭਾਂਡੇ ਮੰਗ ਲਿਆ ਤੇ ਉਹਨੇ ਕਿਹਾ ਹੁਣ ਬੂਹਾ ਲਾ ਲਾ। ਜਦੋਂ ਬੂਹਾ ਲਾਇਆ ਤੇ ਵਚਨ ਦੇ ਵਿੱਚ ਲਿਖਿਆ, ਕਹਿੰਦਾ ਇਦਾਂ ਕੁੱਪੀ ਚੋਂ ਤੇਲ ਨਿਕਲਣਾ ਸ਼ੁਰੂ ਹੋਇਆ ਤੇ ਇਦਾਂ ਮੱਟੀ ਚ ਆਟਾ ਭਰਨਾ ਸ਼ੁਰੂ ਹੋਇਆ ਕਿ ਸਾਰੇ ਭਾਂਡੇ ਭਰ ਗਏ ਪਰ ਤੇਲ ਨਿਕਲਣਾ ਬੰਦ ਨਹੀਂ ਸੀ ਹੋ ਰਿਹਾ। ਹਾਲੇਲੂਇਆ। ਉਹੀ ਪਰਮੇਸ਼ਵਰ ਇੱਥੇ ਸਾਡੇ ਨਾਲ ਗੱਲ ਕਰ ਰਹੇ ਆ। ਸੇਮ ਗੱਲ ਹੈਗੀ ਕਿ ਨਹੀਂ ਹੈਗੀ? ਕਹਿੰਦਾ ਮੈਂ ਅਸਮਾਨੀ ਖਿੜਕੀਆਂ ਖੋਲ ਦਿਆਂਗਾ ਤੇ ਤੁਸੀਂ ਉਹਦੇ ਨਾਲ, ਕਹਿੰਦਾ ਮੈਨੂੰ ਪਰਤਾਓ, ਤੁਸੀਂ ਜਿਹੜੇ ਦਸਵੰਧ ਤੇ ਭੇਟਾਂ ਲੈ ਕੇ ਆਉਣੀਆਂ। ਦੇਖੋ ਕੋਈ ਇਨਸਾਨ ਪਰਮੇਸ਼ਵਰ ਨੂੰ ਪਰਤਾ ਨਹੀਂ ਸਕਦਾ, ਕਿਉਂਕਿ ਜਦੋਂ ਸ਼ੈਤਾਨ ਪ੍ਰਭੂ ਯਿਸੂ ਮਸੀਹ ਜੀ ਨੂੰ ਪਰਤਾਉਣ ਵਾਸਤੇ ਆਇਆ ਤਾਂ ਉਹਨੇ ਕਿਹਾ, ਕਹਿੰਦਾ ਇੱਥੋਂ ਉੱਚੇ ਥਾਂ ਤੋਂ ਛਾਲ ਮਾਰ ਦੇ, ਕਹਿੰਦਾ ਰੋਟੀਆਂ ਨੂੰ, ਇਹਨੂੰ ਪੱਥਰਾਂ ਨੂੰ ਕਹਿ ਤੇਰੇ ਲਈ ਰੋਟੀਆਂ ਬਣ ਜਾਣ। ਵਚਨ ਚ ਏਦਾਂ ਲਿਖਿਆ, ਵਚਨ ਚ ਏਦਾਂ ਲਿਖਿਆ। ਉਹ ਵਚਨ ਦੇ ਰਾਹੀਂ ਗੱਲ ਕਰ ਰਿਹਾ ਸੀ ਦੁਸ਼ਟ। ਪਰ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀ? ਕਹਿੰਦਾ ਵਚਨ ਚ ਇਹ ਵੀ ਲਿਖਿਆ ਕਿ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ। ਪਰ ਇੱਥੇ ਪਰਮੇਸ਼ਵਰ ਕਹਿੰਦੇ ਤੁਸੀਂ ਮੈਨੂੰ ਪਰਤਾ ਸਕਦੇ, ਪਰ ਕੌਣ ਪਰਤਾ ਸਕਦਾ ਆ? ਜਿਹੜਾ ਦਸਵੰਧ ਦੇ ਵਿੱਚ ਵਫਾਦਾਰ ਹੋਏ ਤੇ ਜਿਹੜਾ ਭੇਟਾ ਚੜਾਉਣ ਦੇ ਵਿੱਚ ਵਫਾਦਾਰ ਹੋਏ। ਹਾਲੇਲੂਇਆ। ਬਿਨਾਂ ਦਸਵੰਧ ਦਿੱਤਿਆਂ ਤੇ ਬਿਨਾਂ ਭੇਟਾ ਚੜਾਇਆ ਤੁਸੀਂ ਪਰਤਾ ਨਹੀਂ ਸਕਦੇ ਪਰਮੇਸ਼ਵਰ ਨੂੰ। ਪਰ ਜੇ ਤੁਸੀਂ ਦਸਵੰਧ ਦਿਓ ਔਰ ਭੇਟਾ ਚੜਾਵੋ, ਫਿਰ ਵਚਨ ਦੇ ਵਿੱਚ ਲਿਖਿਆ, ਕਹਿੰਦਾ ਫਿਰ ਤੁਸੀਂ, ਕਹਿੰਦਾ ਮੈਨੂੰ ਪਰਤਾ ਕੇ ਦੇਖੋ, ਕਹਿੰਦਾ ਕੀ ਮੈਂ ਤੁਹਾਡੇ ਲਈ ਅਸਮਾਨੀ ਖਿੜਕੀਆਂ ਨਾ ਖੋਲ ਦਊਂਗਾ ਤੇ ਇੰਨੀ ਬਰਕਤ ਨਹੀਂ ਤੁਹਾਨੂੰ ਦੇ ਦੂੰਗਾ ਕਿ ਤੁਹਾਡੇ ਰੱਖਣ ਲਈ ਜਗ੍ਹਾ ਨਾ ਹੋਵੇ। ਫਿਰ ਕਹਿੰਦਾ ਮੈਂ ਤੁਹਾਡੇ ਲਈ ਖਾਣ ਵਾਲੇ ਨੂੰ ਵੀ ਝਿੜਕੂੰਗਾ ਕਿ ਤੁਹਾਡੀ ਜ਼ਮੀਨ ਦੇ ਫਲਾਂ ਦਾ ਨਾਸ਼ ਨਾ ਕਰੇ। ਕਈ ਵਾਰੀ ਆਪਾਂ ਖੇਤੀ ਕਰਦੇ ਹਾਂ, ਕਹਿਣਾ ਇੰਨੀ ਖਾਦ ਪਾਈ, ਇੰਨੇ ਪਾਣੀ ਦਿੱਤੇ, ਇੰਨਾ ਸੋਹਣੀ ਕਿਸਮ ਦਾ ਬੀਜ ਬੀਜਿਆ,
ਫੇਰ ਵੀ ਸਿੱਟਾ ਸੋਹਣਾ ਨਹੀਂ ਪਿਆ, ਝਾੜ ਸੋਹਣਾ ਨਹੀਂ ਨਿਕਲਿਆ, ਫਲ ਸੋਹਣਾ ਨਹੀਂ ਪਿਆ। ਬੂਟਿਆਂ ਨੂੰ ਫਲ ਤਾਂ ਲੱਗਾ ਸੀ ਪਰ ਕਿਰ ਗਿਆ, ਕੀੜਾ ਪੈ ਗਿਆ, ਕੁਛ ਵੀ ਹੋ ਗਿਆ, ਮਤਲਬ ਮਿਹਨਤ ਵਿਅਰਥ ਹੋ ਗਈ। ਪਰ ਜੇ ਅਸੀਂ ਦਸਵੰਧਾਂ ਦੇ ਵਿੱਚ ਅਰ ਭੇਟਾਂ ਦੇ ਵਿੱਚ ਵਫਾਦਾਰ ਹੋ ਜਾਈਏ ਤਾਂ ਇੱਥੇ ਵਚਨ ਗੱਲ ਕਰਦਾ, ਸਗੋਂ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ ਦੇ ਮੁਖ ਦੇ ਵਾਕ ਆਏ ਕਿੰਨਾ ਮੈਂ ਉਹਨੂੰ ਝਿੜਕੂੰਗਾ ਜਿਹੜਾ ਤੁਹਾਡੇ ਜ਼ਮੀਨ ਦੇ ਫਲਾਂ ਦਾ ਨਾਸ ਕਰਦਾ ਆ। ਫਿਰ ਸਾਡੀ ਜ਼ਮੀਨ ਦੇ ਫਲ ਜਿਹੜੇ ਆ ਉਹ ਨਾਸ਼ ਨਹੀਂ ਹੋਊਗੇ, ਫਿਰ ਕੀੜਾ ਨਹੀਂ ਪਊਗਾ। ਫਿਰ ਜੇ ਮੁੰਜਰ ਪਈ ਆ ਨਾ ਤੇ ਮੁੰਜਰ ਦੇ ਵਿੱਚ ਦਾਣੇ ਵੀ ਬਣਨਗੇ। ਹਾਲੇਲੂਇਆ। ਅਗਰ ਬੂਟੇ ਨੂੰ ਫੁੱਲ ਲੱਗਿਆ ਤੇ ਉਹ ਫਲ ਵੀ ਬਣ ਜਾਣਗੇ। ਹਾਲੇਲੂਇਆ। ਸੋ ਤੁਸੀਂ ਬਲੈਸ ਹੋਵੋਗੇ ਆਪਣੀ ਬਿਜ਼ਨਸ ਦੇ ਵਿੱਚ, ਬਲੈਸ ਹੋਵੋਗੇ ਆਪਣੇ ਮਾਲ ਡੰਗਰ ਦੇ ਵਿੱਚ। ਤੁਸੀਂ ਇੱਦਾਂ ਨਹੀਂ ਕਿ ਤੁਸੀਂ ਮਾਲ ਡੰਗਰ ਰੱਖਿਆ ਤੇ ਉਹਦੇ ਥਣ ਖਰਾਬ ਹੋ ਗਏ, ਉਹਨੂੰ ਮੂੰਹ ਖੋਰ ਹੋ ਗਿਆ, ਉਹਦਾ ਜਿਹੜਾ ਫਲ ਆ ਉਹ ਡਿੱਗਦਾ ਜਾ ਰਿਹਾ ਆ, ਉਹ ਦੁਬਾਰਾ ਗੱਭਣ ਨਹੀਂ ਹੋ ਰਹੀ, ਉਹ ਦੁੱਧ ਨਹੀਂ ਵਧਾ ਰਿਹਾ ਮਾਲ ਡੰਗਰ। ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਆ। ਕਈ ਵਾਰੀ ਇੱਥੇ ਗਵਾਹੀ ਹੁੰਦੀ ਆ। ਇੱਕ ਭਰਾ ਨੇ ਮੈਨੂੰ ਕਿਹਾ, ਕਹਿੰਦਾ ਤੁਸੀਂ ਪਸ਼ੂਆਂ ਦੀ ਵੀ ਗਵਾਹੀ ਕਰਾ ਦਿੰਦੇ ਆ ਵੀ ਇਹਨਾਂ ਦਾ ਪਸ਼ੂ ਠੀਕ ਹੋ ਗਿਆ। ਮੈਂ ਕਹਿੰਦੀ ਤੁਸੀਂ ਲਓ ਤਾਂ 2 ਲੱਖ ਦੀ ਮੱਝ ਤੇ ਜੋ ਬਿਮਾਰ ਹੋ ਜੇ ਤੁਹਾਡੇ ਮੂੰਹ ਚੋਂ ਆਪੇ ਹੀ ਪਰਮੇਸ਼ਵਰ ਅੱਗੇ ਅਰਦਾਸ ਨਾ ਨਿਕਲੀ ਤਾਂ ਗੱਲ ਕਰਿਓ। ਤੁਹਾਡਾ ਆਪਣਾ ਢਿੱਡ ਵੀ ਦੁਖੇ, ਉਸੇ ਵੇਲੇ ਨਿਕਲਦਾ ਨਾ, ਹਾਏ ਰੱਬਾ ਮੇਰਾ ਢਿੱਡ ਠੀਕ ਹੋ ਜਾਵੇ। ਤਾਂ ਜਦੋਂ ਤੁਹਾਨੂੰ ਦੇਖਦਾ ਹੋਏ ਕਿ ਇੱਥੇ ਲੱਖਾਂ ਰੁਪਈਏ ਲੱਗੇ ਆ ਔਰ ਇਹ ਮੇਰੀ ਇਨਕਮ ਸੋਰਸ ਆ, ਇਹਦੇ ਤੋਂ ਮੈਨੂੰ ਹਰ ਮਹੀਨੇ ਆਮਦਨ ਆਉਂਦੀ, ਜਿਹਦੇ ਤੋਂ ਮੇਰੇ ਨਿਆਣੇ ਰੋਟੀ ਖਾਂਦੇ, ਮੇਰੇ ਨਿਆਣਿਆਂ ਦੀ ਫੀਸ ਜਾਂਦੀ ਆ, ਔਰ ਉਹ ਇਨਕਮ ਸੋਰਸ ਤੁਹਾਨੂੰ ਮਰਦਾ ਤੇ ਨਾਸ਼ ਹੁੰਦਾ ਦਿਖੇ, ਤੇ ਫਿਰ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਬਚ ਜਾਏ, ਉਹ ਠੀਕ ਹੋ ਜਾਏ, ਗਵਾਹੀ ਬਣਦੀ ਕਿ ਨਹੀਂ ਬਣਦੀ? ਤਾਂ ਮਾਲ ਡੰਗਰ ਦੀ ਗਵਾਹੀ ਛੋਟੀ ਨਹੀਂ ਆ। ਔਰ ਜਦ ਪਰਮੇਸ਼ਵਰ ਨੇ ਕਹਿ ਦਿੱਤਾ, ਕਹਿੰਦਾ ਮੈਂ ਤੁਹਾਡੇ ਚੌਣੇ ਦਾ ਵਾਅਦਾ ਵੀ ਜਿਹੜਾ ਹੈ ਉਹ ਮੁਬਾਰਕ ਕਰੂੰਗਾ। ਹਾਲੇਲੂਇਆ। ਤਾਂ ਇੱਥੇ ਜੇ ਅਸੀਂ ਦਸਵੰਧ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਆਈਏ, ਭੇਟਾ ਲੈ ਕੇ ਆਈਏ, ਫਿਰ ਤੁਹਾਡੇ ਘਰਾਂ ਦੇ ਵਿੱਚ ਜਿਹੜਾ ਮਾਲ ਡੰਗਰ ਆ ਉਹ ਵੀ ਜਿਹੜਾ ਆ ਉਹ ਆਸ਼ੀਸ਼ ਦੇ ਵਿੱਚ ਰਹਿਣਾ ਆ। ਤੁਹਾਡੇ ਖੇਤਾਂ ਦੀ ਪੈਦਾਵਾਰ ਦੇ ਉੱਤੇ ਵੀ ਪ੍ਰਭੂ ਦੀ ਬਰਕਤ ਰਹਿਣੀ ਆ, ਤੁਹਾਡੇ ਧੀਆਂ ਪੁੱਤਰਾਂ ਦੇ ਉੱਤੇ ਵੀ ਪਰਮੇਸ਼ਵਰ ਦੀ ਬਰਕਤ ਰਹਿਣੀ ਆ। ਹਾਲੇਲੂਇਆ। ਆਓ ਇੱਕ ਆਪਾਂ ਹੋਰ ਦੇਖ ਲੈਂਦੇ ਹਾਂ ਵਚਨ ਦੇ ਵਿੱਚੋਂ। ਮਲਾਕੀ ਦੀ ਕਿਤਾਬ ਦੇ ਵਿੱਚ ਹੀ ਆਪਾਂ ਦੇਖਦੇ ਹਾਂ, ਉਹਦਾ 1 ਨੰਬਰ ਅਧਿਆਏ ਔਰ ਉਹਦੀ 11 ਤੋਂ 14 ਨੰਬਰ ਪੰਕਤੀ ਵਿੱਚ ਆਪਾਂ ਦੇਖ ਲੈਂਦੇ ਹਾਂ। ਥੋੜਾ ਜਿਹਾ ਲੰਬਾ ਜਾ ਰਿਹਾ ਆ, ਪਰ ਫਿਰ ਵੀ ਮੈਨੂੰ ਪਤਾ ਹੈ ਪਰਮੇਸ਼ਵਰ ਦਾ ਆਤਮਾ ਤੇ ਪਰਮੇਸ਼ਵਰ ਦਾ ਵਚਨ ਤੁਹਾਡੇ ਦਿਲਾਂ ਵਿੱਚ ਕੰਮ ਕਰ ਰਿਹਾ ਆ। ਕਿਉਂਕਿ ਜੇ ਆਪਾਂ ਇਹਨੂੰ ਛੱਡ ਕੇ ਕਹੀਏ ਆਪਾਂ ਨੈਕਸਟ ਸੰਡੇ ਕਰੀਏ, ਉਹ ਕੁੰਡਾ ਨਹੀਂ ਉਸ ਕੜੀ ਦੇ ਵਿੱਚ ਫਸਣਾ ਜਿਹੜੀ ਹੁਣ ਚੇਨ ਬਣ ਰਹੀ ਆ। ਤੇ ਆਪਾਂ ਦੇਖਦੇ ਹਾਂ ਮਲਾਕੀ ਦੀ ਕਿਤਾਬ ਉਹਦਾ 1 ਨੰਬਰ ਅਧਿਆਏ ਉਹਦੀ 11 ਤੋਂ 14 ਦੇ ਵਿੱਚ ਇੱਥੇ ਲਿਖਿਆ, ਕਿਉਂ ਜੋ ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤੀਕ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ ਅਤੇ ਹਰ ਥਾਂ ਉੱਤੇ ਮੇਰੇ ਨਾਮ ਲਈ ਧੂਪ ਦਿਖਾਉਣਗੇ ਅਤੇ ਸ਼ੁੱਧ ਚੜਾਵਾ ਚੜਾਉਣਗੇ, ਕਿਉਂ ਜੋ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਸੈਨਾ ਦਾ ਯਹੋਵਾ ਆਖਦਾ ਹੈ। ਦੇਖੋ ਇੱਥੇ ਪਰਮੇਸ਼ਵਰ ਨੇ ਆਪਣੀ ਉਸਤਤ ਨੂੰ ਸਾਡੇ ਉੱਤੇ ਜ਼ਾਹਿਰ ਕੀਤਾ ਕਿ ਪਰਮੇਸ਼ਵਰ ਕਿੰਨਾ ਮਹਾਨ ਪਰਮੇਸ਼ਵਰ ਆ। ਕਹਿੰਦਾ ਕੌਮਾਂ ਵਿੱਚ ਮੇਰਾ ਨਾਮ ਮਹਾਨ ਆ। ਸਿਰਫ ਕਹਿੰਦਾ ਤੁਹਾਡੇ ਵਿੱਚ ਹੀ ਨਹੀਂ, ਸਗੋਂ ਹੋਰ ਸਾਰੇ ਮੁਲਕਾਂ ਦੇ ਵਿੱਚ, ਸਾਰੀਆਂ ਕੌਮਾਂ ਦੇ ਵਿੱਚ, ਸਾਰੀ ਦੁਨੀਆ ਦੇ ਉੱਤੇ ਪਰਮੇਸ਼ਵਰ ਆਪਣੀ ਮਹਾਨਤਾ ਨੂੰ ਜਿਹੜਾ ਆ ਉਹ ਸਾਡੇ ਉੱਤੇ ਪ੍ਰਗਟ ਕਰ ਰਹੇ ਆ। ਚੜ੍ਹਦੇ ਤੋਂ ਲਹਿੰਦੇ ਤਿੱਕਰ, ਮਤਲਬ ਜਿੱਥੋਂ ਸ਼ੁਰੂ ਆ ਉੱਥੋਂ ਲੈ ਕੇ ਜਿੱਥੇ ਖਤਮ ਹੁੰਦਾ ਉੱਥੇ ਤਿੱਕਰ ਕੌਮਾਂ ਵਿੱਚ ਪ੍ਰਭੂ ਨੇ ਕਿਹਾ ਮੇਰਾ ਨਾਮ ਜਿਹੜਾ ਆ ਉਹ ਮਹਿਮਾਮਈ ਆ। ਔਰ ਕਹਿੰਦਾ ਲੋਕ ਜਿਹੜੇ ਆ ਸ਼ੁੱਧ ਚੜਾਵੇ ਚੜਾਉਣਗੇ, ਚੰਗੀਆਂ ਚੀਜ਼ਾਂ ਦੇ ਜਿਹੜੇ ਆ ਚੜਾਵੇ ਚੜਾਉਣਗੇ। ਯਹੋਵਾ ਆਖਦਾ, ਇੱਥੇ ਖੁਦ ਪਰਮੇਸ਼ਵਰ ਗੱਲ ਕਰ ਰਹੇ ਆ। ਕਹਿੰਦਾ ਪਰ ਤੁਸੀਂ ਉਸ ਨੂੰ ਪਲੀਤ ਕਰਦੇ ਹੋ। ਪ੍ਰਭੂ ਕਹਿੰਦੇ ਮੇਰਾ ਨਾਮ ਇੰਨਾ ਮਹਾਨ ਆ, ਚੜ੍ਹਦੇ ਤੋਂ ਲਹਿੰਦੇ ਤਿੱਕਰ ਕੌਮਾਂ ਦੇ ਵਿੱਚ ਤੇ ਲੋਕੀ ਸ਼ੁੱਧ ਚੜਾਵੇ ਚੜਾਉਣਗੇ, ਇੰਨਾ ਮਹਾਨ ਆ। ਸੁਗੰਧੀਆਂ ਦਿਖਾਉਣਗੇ, ਇੰਨਾ ਮਹਾਨ ਆ ਕਹਿੰਦਾ ਮੇਰਾ ਨਾਮ। ਪਰ ਕਹਿੰਦਾ ਤੁਸੀਂ ਉਹਨੂੰ ਪਲੀਤ ਕਰਦੇ ਆ, ਤੁਸੀਂ ਉਹਨੂੰ ਮੈਲਾ ਕਰਦੇ ਆ, ਤੁਸੀਂ ਉਹਨੂੰ ਖਰਾਬ ਕਰਦੇ ਆ। ਕਿੱਦਾਂ ਕਰਦੇ ਖਰਾਬ? ਜਦ ਆਖਦੇ ਹੋ ਕਿ ਪ੍ਰਭੂ ਦੀ ਮੇਜ਼ ਭ੍ਰਿਸ਼ਟ ਹੈ ਅਤੇ ਉਸ ਦਾ ਫਲ ਅਰਥਾਤ ਭੋਜਨ ਤੁੱਛ ਹੈ। ਕਹਿੰਦਾ ਤੁਸੀਂ ਸਮਝਦੇ ਆ ਕਿ ਜਿਹੜਾ ਪ੍ਰਭੂ ਦੀ ਮੇਜ਼ ਆ ਨਾ ਉਹ ਤਾਂ ਐਵੇਂ ਕਿਵੇਂ ਹੀ ਆ, ਤੇ ਇਹਦਾ ਜਿਹੜਾ ਫਰੂਟ ਹੈ, ਇਹਦਾ ਜਿਹੜਾ ਫਲ ਆ ਉਹ ਵੀ ਬਸ ਨਾ ਮਾਤਰ ਹੀ ਆ। ਅਤੇ ਤੁਸਾਂ ਆਖਿਆ ਇਹ ਸਾਨੂੰ ਕੀ ਅਕੇਵਾਂ ਲਾ ਛੱਡਿਆ।
ਅਤੇ ਉਸ ਉੱਤੇ ਨੱਕ ਚੜਾਉਂਦੇ ਹੋ। ਸੈਨਾ ਦਾ ਯਹੋਵਾ ਆਖਦਾ, ਫਿਰ ਤੁਸੀਂ ਲੁੱਟ ਦਾ ਮਾਲ ਲਿਆਉਂਦੇ ਹੋ, ਲੰਗੇ ਨੂੰ ਜਾਂ ਬਿਮਾਰ ਨੂੰ ਇਹ ਭੇਟ ਤੁਸੀਂ ਲਿਆਉਂਦੇ ਹੋ, ਕੀ ਮੈਂ ਤੁਹਾਡੇ ਹੱਥੋਂ ਕਬੂਲ ਕਰਾਂਗਾ? ਕਹਿੰਦਾ ਤੁਸੀਂ ਕਹਿੰਦੇ ਕੀ ਸਾਨੂੰ ਵਕਤ ਪਾਇਆ ਆ। ਬਹੁਤ ਲੋਕਾਂ ਦੇ ਮਨ ਵਿੱਚ ਇਦਾਂ ਆਇਆ ਹੋ ਸਕਦਾ ਤਾਂ ਕਿ ਅਨਾਉਂਸਮੈਂਟ ਕਰ ਦਿੱਤੀ ਕਿ ਸਾਨੂੰ ਵਕਤ ਪਾਇਆ ਆ। ਜਦੋਂ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਦੇਖਦੇ ਆ ਕਿੰਨੇ ਹੁਕਮਨਾਮੇ ਆ ਜਿਹੜੇ ਸਰਵ ਸ਼ਕਤੀਮਾਨ ਪਰਮੇਸ਼ਵਰ ਜੀ ਨੇ ਆਪਣੇ ਠਹਿਰਾਏ ਹੋਏ ਚੁਣਿਆ ਹੋਇਆ ਅਭਿਸ਼ਿਕਤ ਦਾਸਾਂ ਦੇ ਰਾਹੀਂ ਜਿਹੜੇ ਆ ਉਹ ਆਪਣੀਆਂ ਕੌਮਾਂ ਦੇ ਉੱਤੇ ਪ੍ਰਗਟ ਕੀਤੇ। ਔਰ ਜਦੋਂ ਉਹਨਾਂ ਨੇ ਆਗਿਆਕਾਰੀ ਕੀਤੀ ਤੇ ਉਹਨਾਂ ਨੇ ਬਰਕਤ ਪਾਈ। ਪਰ ਕਈ ਵਾਰੀ ਸੱਚੀ ਇਦਾਂ ਹੋਇਆ ਉਹਨਾਂ ਸਮਿਆਂ ਵਿੱਚ ਵੀ ਤੇ ਅੱਜ ਵੀ ਕਿ ਜਦੋਂ ਪਰਮੇਸ਼ਵਰ ਦੇ ਅਭਿਸ਼ਿਕਤ ਲੋਕ, ਪਰਮੇਸ਼ਵਰ ਦੇ ਠਹਿਰਾਏ ਹੋਏ ਦਾਸ, ਜਦੋਂ ਪਰਮੇਸ਼ਵਰ ਦੇ ਆਤਮਾ ਤੋਂ ਸੁਨੇਹਾ ਪ੍ਰਾਪਤ ਕਰਕੇ ਉਹ ਲੋਕਾਂ ਨੂੰ ਦੱਸਦੇ ਉਹ ਸੁਨੇਹਾ, ਤਾਂ ਲੋਕ ਕਹਿੰਦੇ ਇਹਨਾਂ ਨੇ ਸਾਨੂੰ ਦੁਖੀ ਕੀਤਾ ਪਿਆ ਹੈ, ਇਹਨਾਂ ਨੇ ਤਾਂ ਸਾਨੂੰ ਪਰੇਸ਼ਾਨ ਕੀਤਾ ਪਿਆ। ਇੱਥੇ ਕਹਿੰਦਾ ਤੁਸੀਂ ਫਿਰ ਨੱਕ ਚੜਾਉਂਦੇ ਆ। ਤੇ ਮੈਂ ਰਾਤੀ ਦੱਸਦੀ ਸੀ, ਮੈਂ ਕਿਹਾ ਜਿਹੜੇ ਨੱਕ ਚੜਾਉਂਦੇ ਉਹਨਾਂ ਦੇ ਨੱਕ ਮਰੋੜਨੇ ਫਿਰ ਉਹ ਜਾਣਦਾ ਆ। ਕਹਿੰਦਾ ਫਿਰ ਤੁਸੀਂ ਕੀ ਕਰਦੇ? ਕਹਿੰਦਾ ਫਿਰ ਤੁਸੀਂ ਲੁੱਟ ਦਾ ਮਾਲ ਜਿਹੜਾ ਆ ਉਹ ਲਿਆਉਂਦੇ ਆ, ਤੁਸੀਂ ਫਿਰ ਰਿਸ਼ਵਤ ਦੇ ਨਾਲ, ਪੁੱਠੇ ਤਰੀਕੇ ਦੇ ਨਾਲ ਜੋ ਕਮਾਇਆ, ਕਹਿੰਦਾ ਫਿਰ ਤੁਸੀਂ ਉਹ ਲੈ ਆਉਂਦੇ ਆ ਮੇਰੇ ਕੋਲੇ। ਲੰਗੇ ਨੂੰ ਜਾਂ ਬਿਮਾਰ ਨੂੰ ਇਦਾਂ ਦੀਆਂ ਭੇਟਾਂ ਤੁਸੀਂ ਲਿਆਉਣੇ ਆ, ਰਹੀਆਂ ਖੂਈਆਂ। ਕਹਿੰਦਾ ਯਹੋਵਾ ਆਖਦਾ ਵੀ ਕੀ ਮੈਂ ਇਹਨਾਂ ਨੂੰ ਕਬੂਲ ਕਰੂੰਗਾ? ਤੁਸੀਂ ਰਹੀਆਂ ਹੋਈਆਂ ਜਿਹੜੀਆਂ ਰਹੀਆਂ ਖੂਈਆਂ ਬਚੀਆਂ ਖੁਚੀਆਂ ਚੀਜ਼ਾਂ ਆ, ਜਿਹੜੀਆਂ ਭ੍ਰਿਸ਼ਟ ਚੀਜ਼ਾਂ ਆ, ਕਹਿੰਦਾ ਤੁਸੀਂ ਉਹਨਾਂ ਨੂੰ ਮੇਰੀ ਹੈਕਲ ਦੇ ਵਿੱਚ ਲੈ ਕੇ ਆਉਂਦੇ ਆ। ਕਹਿੰਦਾ ਕੀ ਮੈਂ ਇਹਨਾਂ ਨੂੰ ਕਬੂਲ ਕਰਾਂਗਾ? ਯਹੋਵਾ ਆਖਦਾ, ਫਿਟਕਾਰ ਉਸ ਛਲੀਏ ਉੱਤੇ ਜਿਸ ਦੇ ਇੱਜੜ ਵਿੱਚ ਨਰ ਪਸ਼ੂ ਤਾਂ ਹੈ, ਜਿਹਦੀ ਉਹ ਸੁਖਣਾ ਸੁਖਦਾ, ਪਰ ਪ੍ਰਭੂ ਦੇ ਲਈ ਬਿੱਜ ਵਾਲਾ ਚੜਾਵਾ ਚੜਾਉਂਦਾ ਹੈ। ਕਿਉਂ ਜੋ ਮੈਂ ਮਹਾਰਾਜਾ ਹਾਂ, ਸੈਨਾ ਦਾ ਯਹੋਵਾ ਫਰਮਾਉਂਦਾ ਹੈ, ਕੌਮਾਂ ਵਿੱਚ ਮੇਰਾ ਨਾਮ ਭੈਦਾਇਕ ਹੈ। ਹਾਲੇਲੂਇਆ। ਪ੍ਰਭੂ ਕਹਿੰਦੇ ਫਟਕਾਰ ਆ ਉਹਦੇ ਉੱਤੇ ਜਿਹਦੇ ਕੋਲੇ ਭੇਟਾ ਚੜਾਉਣ ਦੇ ਲਈ ਚੰਗੀ ਚੀਜ਼ ਹੈਗੀ ਆ, ਪਰ ਫਿਰ ਵੀ ਉਹ ਚੰਗੀ ਚੀਜ਼ ਨੂੰ ਆਪਣੇ ਲਈ ਰੱਖ ਕੇ ਤੇ ਰਹੀ ਖੁਈ ਚੀਜ਼ ਨੂੰ ਕਹਿੰਦਾ ਮੇਰੇ ਕੋਲੇ ਲੈ ਕੇ ਆਉਂਦਾ ਆ। ਕਹਿੰਦਾ ਫਟਕਾਰ ਆ ਇਹੋ ਜਿਹੇ ਦੇ ਉੱਤੇ। ਬਹੁਤ ਵਾਰੀ ਬਹੁਤ ਲੋਕ ਕੀ ਕਰਦੇ ਆ, ਜਦੋਂ ਉਹਨਾਂ ਨੇ ਦਾਨ ਦੇਣਾ ਹੁੰਦਾ ਉਹ ਆਪਣਾ ਬਟੂਆ ਖੋਲਦੇ ਆ, ਪਰਸ ਖੋਲਦੇ ਆ, ਫਿਰ ਉਹਦੇ ਚੋਂ ਸਭ ਤੋਂ ਮੈਲਾ ਨੋਟ ਕੱਢਦੇ ਆ। ਏਦਾਂ ਨਹੀਂ ਕਿ ਉਹਨਾਂ ਦੀ ਜੇਬ 'ਚ ਸਾਰੇ ਨੋਟ ਮੈਲੇ ਆ, ਸਭ ਤੋਂ ਮੈਲਾ ਨੋਟ ਕੱਢਦੇ ਆ, ਸਭ ਤੋਂ ਛੋਟਾ ਨੋਟ ਕੱਢਦੇ ਆ ਤੇ ਫੱਟਿਆ ਹੋਇਆ ਨੋਟ ਕੱਢਦੇ, ਜਿਹੜਾ ਸਬਜ਼ੀ ਵਾਲੇ ਨੇ ਨਹੀਂ ਲੈਣਾ, ਜਿਹੜਾ ਕਰਿਆਨੇ ਵਾਲੇ ਨੇ ਨਹੀਂ ਲੈਣਾ, ਜਿਹੜਾ ਦੁੱਧ ਵਾਲੇ ਨੇ ਨਹੀਂ ਲੈਣਾ, ਜਿਹੜਾ ਕੱਪੜੇ ਵਾਲੇ ਨੇ ਨਹੀਂ ਲੈਣਾ, ਜਿਹੜਾ ਸਕੂਲ ਦੀਆਂ ਫੀਸਾਂ ਵਿੱਚ ਨਹੀਂ ਲਿਆ ਜਾਣਾ, ਜਿਹੜਾ ਤੁਸੀਂ ਕਿਸੇ ਨੂੰ ਸਗਨ ਨਹੀਂ ਦੇ ਸਕਦੇ। ਫਿਰ ਉਹ ਨੋਟ ਕਿੱਥੇ ਪਾਉਂਦੇ ਆ? ਹੈਕਲ ਦੇ ਗੱਲੇ ਦੇ ਵਿੱਚ। ਮੈਂ ਨਹੀਂ, ਪਰ ਯਹੋਵਾ ਪਰਮੇਸ਼ਵਰ ਕਹਿੰਦੇ ਫਟਕਾਰ ਆ ਉਹਦੇ ਉੱਤੇ ਜਿਹਦੇ ਕੋਲੇ ਕੁਝ ਬੈਸਟ ਤਾਂ ਹੈ, ਕੁਝ ਚੰਗਾ ਤਾਂ ਹੈ, ਉਹਦੇ ਕੋਲੇ ਭੇਟਾ ਦੇਣ ਦੇ ਲਈ ਉੱਤਮ ਹੈ, ਪਰ ਕਹਿੰਦਾ ਉਹਨੇ ਮੈਨੂੰ ਬੁਰਾ ਦਿੱਤਾ, ਚੰਗਾ ਆਪਣੇ ਲਈ ਰੱਖ ਲਿਆ। ਪਰ ਉਹਨੇ ਕੀ ਕਿਹਾ? ਕਹਿੰਦਾ ਬਿੱਜ ਵਾਲਾ ਚੜਾਵਾ ਚੜਾਉਂਦਾ, ਬੱਜ ਵਾਲਾ, ਜਿੱਥੇ ਉੱਥੇ ਲਿਖਿਆ ਨਾ ਲੰਗਾ, ਬਿਮਾਰ, ਮਤਲਬ ਕਿ ਕਿਸੇ ਦੇ ਕੋਲੇ ਬਹੁਤ ਸਾਰੇ ਲੇਲੇ ਆ, ਬੱਕਰੇ ਆ, ਭੇਡੂ ਆ, ਕਿਉਂਕਿ ਉਹਨਾਂ ਸਮਿਆਂ 'ਚ ਬਲੀਆਂ ਦਿੱਤੀਆਂ ਜਾਂਦੀਆਂ ਸੀ। ਤਾਂ ਜਦੋਂ ਭੇਟਾ ਚੜਾਉਣ ਦੀ ਵਾਰੀ ਆਈ, ਉਹਨੇ ਦੇਖਿਆ ਅੱਛਾ ਇਹ ਤਾਂ ਮੇਰਾ ਜਿਹੜਾ ਚੰਗੇ ਮੁੱਲ 'ਚ ਵਿਕ ਸਕਦਾ ਆ, ਇਹ ਕਾਹਤੇ ਪ੍ਰਭੂ ਦੀ ਹਜ਼ੂਰੀ 'ਚ ਬਲੀ ਦੇਣੀ ਆ, ਇਹ ਕਾਹਤੇ ਉਹਦੇ ਘਰ ਵਿੱਚ ਚੜਾਉਣਾ ਆ। ਦੇਖੋ ਲੰਗਾ ਬੱਕਰਾ ਕਿਹੜਾ ਆ, ਲੰਗਾ ਲੇਲਾ ਕਿਹੜਾ ਆ, ਉਹ ਬਿਮਾਰ ਜਿਹਾ ਸੁੱਕਾ ਜਿਹਾ ਕਿਹੜਾ ਆ, ਉਹ ਲੈ ਚੱਲੋ। ਜੇ ਆਪਾਂ ਲੰਗੜੀਆਂ ਭੇਟਾਂ ਚੜਾਈਏ ਤੇ ਫਿਰ ਕਿਤੇ ਆਪਣੇ ਪੇਟ ਦਾ ਫਲ ਲੰਗੜਾ ਹੋ ਜਾਏ ਤਾਂ ਸੋਚ ਕੇ ਦੇਖੋ ਦੁੱਖ ਲੱਗੂਗਾ ਕਿ ਨਹੀਂ ਲੱਗੂਗਾ। ਵਚਨ 'ਚ ਲਿਖਿਆ ਜਿਹੜੇ ਨਾਪ ਦੇ ਨਾਲ ਤੁਸੀਂ ਮਿਣ ਕੇ ਦਿਓਗੇ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਊਗਾ। ਫਿਰ ਕਿੱਦਾਂ ਦਾ ਮਿਣਿਆ ਜਾਊਗਾ? ਡੁੱਲਦਾ ਡੁੱਲਦਾ, ਉਛਲਦਾ ਉਛਲਦਾ। ਜੇ ਤੁਸੀਂ ਇੱਕ ਲੱਤ ਤੋਂ ਲੰਗੜੀ ਭੇਟਾ ਚੜਾਓਗੇ ਤਾਂ ਤੁਹਾਨੂੰ ਤਾਂ ਫਿਰ ਡੁੱਲਦਾ ਡੁੱਲਦਾ ਮਿਲਣਾ, ਮਤਲਬ ਦੋਵੇਂ ਲੱਤਾਂ ਲੰਗੜੀਆਂ ਵਾਲੀ ਭੇਟ ਮਿਲੂਗੀ।
मतलब तुसी एक नोट फटिया होया पाया ते जदों तुसी 50,000 दी दत्थी लैके आओ, जे उहदे चों 10 नोट नकली निकल आउण फिर जां तुसी कुछ ऑनलाइन ऑर्डर करो ते तुहाडे नाल हो जावे धोखा, खराब चीज़ निकल आवे, ਉਹਦੇ ਉੱਤੇ कवर असली होए विचों नकली चीज़ निकल आए, 2-4 दिन ਚੱਲਣ ਦੇ ਬਾਅਦ ਚੋਂ ਖਰਾਬ ਹੋ ਜਾਵੇ। ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਕਿ ਤੁਸੀਂ ਘਰ ਦੇ ਲਈ ਅਨਾਜ ਲੈ ਕੇ ਆਏ, ਬੜਾ ਵਧੀਆ ਦੇਖ ਕੇ ਖਰੀਦਾ, ਥੋੜੇ ਦਿਨਾਂ ਬਾਅਦ ਉਹਨੂੰ ਢੋਰਾ ਲੱਗ ਗਿਆ, ਸੁਸਰੀ ਲੱਗ ਗਈ, ਸੁੰਡੀ ਪੈ ਗਈ, ਤਾਂ ਫਿਰ ਤੁਸੀਂ ਕੀ ਕਰੋਗੇ? वचन दे विच लिखिया मैं महाराजा हाँ, वचन च साफ लिखिया क्यों जो मैं महाराजा हाँ, सेना दा यहोवा फरमाउंदा है, कौमां विच मेरा नाम भयदायक है। परमेश्वर दा नाम जिहड़ा है ना, वो सुन के भय आउणा चाहीदा आ। प्रभु दा नाम लैण दे लग्गिया सानू वध तों वध भय दे विच होना चाहीदा कि मैं किहड़े सोहणे अखरां दे नाल ओहदी महिमा करां, मैं किहड़ी बेस्ट चीज़ परमेश्वर के घर विच लैके आवां। जदों प्रभु के घर विच दुध लैके आउने तो घरे उहदे उत्तों क्रीम ला के ना रख के आया करो। मैं तो दुध पींदी नहीं, सीधी गल। कोई जे तुसीं कहो भी मैं इत्थों लैके जाना, ते प्रभु के घर विच किसी चीज़ का घाटा नहीं। पर तुहाडे दुध दी फैट ना घट जावे, तुहाडे माल डंगर बीमार ना हो जाण, इसलिए कहंदी आ प्रभु दे घर विच बेस्ट लैके आओ। परमेश्वर दे घर च अनाज लैके आउंदे आ चौल किन्ने नूं, आ चौल किन्ने नूं, आ चौल, अच्छा आ जिहड़ियां कणियां आ ये 10 रुपए किलो, आ 36 रुपए किलो, चल 10 वाले इदां कर तू 3 किलो कर दे, नाले तां किलो दे भाव नूं मिल जाणे, नाले 3 किलो। फिर वो भी कई बारी एड्डी वड्डी चीज़ दिंदा पर हुंदी वो खराब, नाले इन्नी थां घेर दी नाले खराब, देखण नूं बहुत वड्डी आ, काम दी किसे भी नहीं। तो परमेश्वर दे घर विच कुछ भी लैके आओ बेस्ट होना चाहिदा है। परमेश्वर दे घर दे गल्ले विच नोट पाउणा ना, घरों चुन के लियाओ, चिट्टा नोट होना चाहिदा। तुहाडी जेब दे विच जिन्ने नोट आ उस सब तो बड़ा नोट, सब तो साफ नोट और सब तो उत्तम भेंट परमेश्वर की हजूरी विच रखो, मेरे लिए नहीं पर अपनी बरकत दे लई। हालेलुया। क्योंकि मैनू बरकत मिलनी जदों मैं वफादार होऊं परमेश्वर दे नाल, ते तुहानू बरकत मिलनी जदों तुसी वफादार होवोगे परमेश्वर दे नाल। अरे परमेश्वर की इच्छा आ कि असी फलदार होइए, क्योंकि परमेश्वर जी दियां जिहड़ियां प्लैनिंग्स आ वो बहुत वंडरफुल आ, बहुत अमेजिंग आ, बेनीफिट्स वालियां आ, वो बहुत अद्भुत आ, बहुत चंगियां आ, बहुत लाभ दियां आ। पर उन्हां जिद्दां कहंदे हुंदे ना भई कई बारी लिखिया हुंदा बाय 1 गेट 1 फ्री, भाई एक खरीदो तो एक नाल मुफ्त लै जाओ, थल्ले की लिखिया हुंदा टर्म्स एंड कंडीशनस अप्लाइड, नेम ते शर्तां लागू आ। सेम इदां ही आ, एन इदां ही जांदा आ भई प्रभु कहंदे मैं तुहाडे लई इन्नियां बरकतां दे दूं, तुहाडे घर भर जाणगे, तुसीं वंडोगे तां भी नहीं मुक्कूगीਆਂ, पर पहिलां जो तुहाडे कोल आओ मेरे कोल ले आओ। हालेलुया। सो प्रभु अज दे वचन ते बहुत आशीष ते बरकत देन। सो अज दा वचन तुहाडे दिलां ते गुरदियां ते राज करे। परमेश्वर दी महिमा हुण तो हमेशा तिकर परमेश्वर दे चाहण वालियां दे उत्ते बनी रहे। आमीन। द ओपन डोर चर्च खोजवाला पंजाब भारत, यहाँ हजारों की संख्या में लोग आते हैं। यहाँ आकर लोग अपनी आशीष, छुटकारे और बरकत को प्राप्त करते हैं। परमेश्वर के दास आए हुए सभी लोगों के लिए प्रार्थना करते हैं और वह लोग अपने दुखों और बीमारियों से छुटकारे को प्राप्त करते हैं। हर रविवार और हर गुरुवार सत्संग का समय है सुबह 10 बजे से दोपहर 2 बजे तक। यहाँ महीने के पहले रविवार और गुरुवार को प्रभु भोज होता है और हर महीने के आखिरी रविवार को बपतिस्मे दिए जाते हैं। आप हमारी सेवकाई में
यदि सहयोगी होना चाहते हैं तो आप इस दिए गए पते पर अपने उत्तम दान और अपनी उत्तम भेंटें भेज सकते हैं। आप हमें गूगल पे, पेटीएम, भीम और फोन पे पर भी अपने दान भेज सकते हैं।